ਸ਼ਲੋਕ 12 ਤੇ ਵਧੀਕ ਦੇ ਅੰਦਰ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਵਿਚਾਰ ਕਰ ਰਹੇ ਹਾਂ। ਪਿਛਲੀ ਕਲਾਸ ਤੱਕ ਅਸੀਂ ਸ਼ਲੋਕ ਨੰਬਰ 23 ਦੀ ਵਿਚਾਰ ਕੀਤੀ ਸੀ। ਸੋ ਅੱਜ ਸ਼ਲੋਕ ਨੰਬਰ 24 ਅੱਗੇ ਲੜੀ ਨੂੰ ਜੋੜਦੇ ਹਾਂ। ਸਭ ਤੋਂ ਪਹਿਲਾਂ ਸ਼ਲੋਕ ਨੰਬਰ 24 ਦਾ ਪਾਠ ਕਰ ਲੈਂਦੇ ਹਾਂ। ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਜਿਤ ਵਸਿਆ ਮਨ ਆਏ। ਰਾਗ ਨਾਦ सब सच है, कीमत कही न जाए। रागै नादै बाहरा, इन्हीं हुक्म न बूझिया जाए। नानक हुक्मै बूझै, तिना रास होए। सतगुर ते सोझी पाए। सब किछ तिसते होया, ज्यों तिसै दी रजाए। ਸੋ ਇਸ ਸ਼ਲੋਕ ਦੇ ਆਰੰਭ ਵਿੱਚ ਗੁਰੂ ਸਾਹਿਬ ਫਰਮਾ ਰਹੇ ਹਨ, ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਜਿਤ ਵਸਿਆ ਮਨ ਆਏ। ਇਸ ਸ਼ਲੋਕ ਦੀ ਜਿਹੜੀ ਦੂਜੀ ਪੰਕਤੀ ਹੈ ਨਾ, ਇਹ ਬੜੀ ਜ਼ਿਆਦਾ ਕੋਟ ਕੀਤੀ ਜਾਂਦੀ ਹੈ। ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਤੋ ਇਹਨੂੰ ਕੋਟ ਕਰਕੇ ਨਾ ਤੇ ਲੋਕੀ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਬਈ ਰਾਗ ਗਾਣੇ ਬੜੀ ਚੰਗੀ ਗੱਲ ਹੈ, ਬੜੀ ਅਮੁੱਲ ਵਸਤੂ ਹੈ ਰਾਗ। ਉਹ ਕੀਮਤ ਕਹੀ ਨਾ ਜਾਏ ਨੂੰ ਨਾ ਰਾਗਾਂ ਦੇ ਨਾਲ ਜੋੜ ਦਿੰਦੇ ਨੇ। ਖਾਸ ਤੌਰ ਤੇ ਜਿਨ੍ਹਾਂ ਦਾ ਪ੍ਰੋਫੈਸ਼ਨ ਹੁੰਦਾ ਕੀਰਤਨ ਦਾ, ਕੁਝ ਰਾਗੀਆਂ ਕੋਲੋਂ ਇਹ ਗੱਲ ਸੁਣੀ ਵੀ ਹੈ, ਪਰ ਇਹ ਅਰਥ ਹੈ ਨਹੀਂ ਨੇ ਇਹਦੇ ਜੋ ਜਿਸ ਤਰੀਕੇ ਨਾਲ ਇਹ ਗੱਲ ਕੀਤੀ ਜਾਂਦੀ ਹੈ। ਗੁਰੂ ਸਾਹਿਬ ਜੋ ਸ਼ਲੋਕ ਵਿੱਚ ਮੈਸੇਜ ਦੇ ਰਹੇ ਹਨ, ਉੱਥੇ ਇੰਪੋਰਟੈਂਸ ਰਾਗ ਦੀ ਨਹੀਂ ਹੈ, ਕਿਉਂਕਿ ਇੱਕ ਪੰਕਤੀ ਬੜੀ ਸਪਸ਼ਟ ਹੈ ਜਿਹੜੀ ਇਸ ਗੱਲ ਨੂੰ ਸਾਡੇ ਨਾਲ ਸ਼ੇਅਰ ਕਰਦੀ ਹੈ। ਸੋ ਉਸ ਦੇ ਉੱਤੇ ਬਾਅਦ ਵਿੱਚ ਆਉਂਦੇ ਹਾਂ। ਤਾਂ ਗੱਲ ਸ਼ੁਰੂ ਕਰਦੇ ਹਨ ਕਿ ਸਭਨਾ ਰਾਗਾਂ ਵਿੱਚ ਜਿਤ ਵਸਿਆ ਮਨ ਆਏ। ਇਹਦੇ ਸਿੱਧੇ ਸਿੱਧੇ ਅਰਥ ਇਵੇਂ ਹੀ ਬਣਦੇ ਹਨ ਕਿ ਸਾਰੇ ਰਾਗਾਂ ਵਿੱਚੋਂ ਉਹੀ ਭਲਾ ਹੈ, ਉਹੀ ਚੰਗਾ ਹੈ ਜਿਹਦੇ ਰਾਹੀਂ ਮਨ ਦੇ ਵਿੱਚ ਪ੍ਰਭੂ ਆ ਕੇ ਵਸ ਜਾਏ। ਪ੍ਰੋਫੈਸਰ ਹਰਬੰਸ ਸਿੰਘ ਜੀ ਨੇ ਅਰਥ ਇਸ ਤਰ੍ਹਾਂ ਹੀ ਕੀਤੇ ਨੇ। ਹਾਲਾਂਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਦਰਪਣ ਜਿਹੇ ਅਰਥ ਥੋੜੇ ਜਿਹੇ ਬਿਲਕੁਲ ਪਲਟਾ ਕੇ ਵੱਖਰੇ ਕਹਿੰਦੇ ਹਨ ਕਿ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ। ਸੋ ਮੈਨੇ ਪ੍ਰਮਾਤਮਾ, ਉੱਥੇ ਸੋ ਉਹਨਾਂ ਨੇ ਰਾਗ ਵਾਸਤੇ ਨਹੀਂ ਹੈ। ਜਿਸ ਤਰ੍ਹਾਂ ਪ੍ਰੋਫੈਸਰ ਹਰਬੰਸ ਸਿੰਘ ਵਾਲੇ ਮੈਂ ਅਰਥ ਆਪ ਜੀ ਨੂੰ ਸੁਣਾਏ ਨੇ, ਉਹਦੇ ਵਿੱਚ ਸੋ ਜਿਹੜਾ ਹੈ ਉਹ ਇੱਕ ਰਾਗ ਨੂੰ ਰੈਫਰ ਕਰ ਰਿਹਾ ਹੈ, ਬਈ ਸਭਨਾ ਰਾਗਾਂ ਵਿੱਚ ਉਹ ਵਾਲਾ ਭਲਾ, ਯਾਨੀ ਕਿ ਉਹ ਰਾਗ ਭਲਾ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸੋ ਦਾ ਅਰਥ ਜਿਹੜਾ ਹੈ ਉਹ ਪ੍ਰਮਾਤਮਾ ਦੇ ਨਾਲ ਕੀਤਾ, ਪ੍ਰਭੂ ਵਾਸਤੇ ਕੀਤਾ ਹੈ। ਇਹ ਸਾਰੇ ਰਾਗਾਂ ਦੇ ਵਿੱਚ ਉਸ ਪ੍ਰਭੂ ਦਾ ਨਾਮ ਹੀ ਭਲਾ ਹੈ, ਜਿਹਦੇ ਕਰਕੇ ਉਹ ਹਰੀ ਦਾ ਨਾਮ ਮਨੁੱਖ ਦੇ ਹਿਰਦੇ ਦੇ ਵਿੱਚ ਵਸ ਜਾਏ। ਕਿਉਂਕਿ ਉਸ ਤੇ ਉਹੀ ਰਾਗ ਚੰਗੇ ਹਨ ਜਿਨ੍ਹਾਂ ਦੇ ਰਾਹੀਂ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ। ਤੋ ਸੌਖਾ ਸੌਖਾ ਤੇ ਵੈਸੇ ਭਾਵ-ਅਰਥ ਇਹੀ ਨਿਕਲਦਾ ਹੈ ਕਿ ਬਈ ਰਾਗ ਤਾਂ ਹੀ ਭਲਾ ਹੈ ਜੇ ਰਾਗ ਗਾਇਨ ਕਰਕੇ ਉਹਦੇ ਰਾਹੀਂ ਪ੍ਰਭੂ ਦੀ ਯਾਦ ਮਨ ਦੇ ਵਿੱਚ ਵਸਦੀ ਹੈ। ਜੇ ਪ੍ਰਭੂ ਦਾ ਪਿਆਰ ਹਿਰਦੇ 'ਚ ਵਸਦਾ ਹੈ ਤਾਂ ਹੀ ਗਾਇਆ ਹੋਇਆ ਰਾਗ ਭਲਾ ਹੈ। ਅਗਲੀ ਪੰਕਤੀ ਹੈ ਕਿ ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਸੋ ਇਹਦੇ ਵੀ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਇਸ ਤਰ੍ਹਾਂ ਕੀਤੇ ਹਨ ਕਿ ਹਰੀ ਦਾ ਨਾਮ ਜਿਹੜਾ ਹੈ ਉਹ ਸਦਾ ਸਥਿਰ ਰਹਿਣ ਵਾਲਾ ਹੀ ਸਭ ਕੁਝ ਹੈ, ਜਿਸ ਦੀ ਕੀਮਤ ਨਹੀਂ ਕਹੀ ਜਾ ਸਕਦੀ, ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ। तो मुल ना पाए जाने वाली वस्तु केड़ी है, वो प्रभु दा प्यार है। प्रभु अटल प्रभु है जो सदा कायम रहने वाला है। रागा नादा की अहमियत तां ही है जे उन्हां दे अंदर वो सच की गल की जा रही है। तो वही राग चंगा उद्यम है जिस दे राही प्रभु दा प्यार, प्रभु की याद साडे हिरदे च वसदी है ते सदा कायम रहने वाला है। प्रभु का नाम ही इंसान दे वास्ते, मनुख वास्ते सब कुछ है। ते वही राग चंगे हैं जिहदे नाल प्रभु की याद मन विच वसदी है। तो वो जिहड़ा सदा कायम रहने वाला प्रभु है,
ਉਹ ਅਮੁੱਲ ਹੈ, ਉਹਦੀ ਕੀਮਤ ਕੋਈ ਪਾ ਨਹੀਂ ਸਕਦਾ। ਉਹ ਸਭ ਦੀ ਪਹੁੰਚ ਤੋਂ ਪਰੇ ਹੈ, ਕੀਮਤ ਤੋਂ ਪਰੇ ਹੈ। ਔਰ ਤੀਸਰੀ ਪੰਕਤੀ 'ਚ ਗੱਲ ਫਿਰ ਹੋਰ ਸਪਸ਼ਟ ਹੋ ਜਾਂਦੀ ਹੈ, ਰਾਗੈ ਨਾਦੈ ਬਾਹਰਾ ਇੰਨੀ ਹੁਕਮ ਨਾ ਬੂਝਿਆ ਜਾਏ। ਕਿ ਪ੍ਰਭੂ ਦਾ ਮਿਲਾਪ, ਪ੍ਰਭੂ ਦਾ ਪਿਆਰ ਜਿਹੜਾ ਹੈ, ਉਹ ਰਾਗਾਂ ਨਾਦਾਂ ਦੀ ਕੈਦ ਤੋਂ ਪਰੇ ਹੈ। ਇਹਨਾਂ ਦੇ ਅੰਡਰ ਨਹੀਂ ਹੈ, ਇਹਨਾਂ ਦੇ ਅਧੀਨ ਨਹੀਂ ਹੈ। ਔਰ ਇਹਨਾਂ ਦੇ ਰਾਹੀਂ, ਇਨੀ ਤੋਂ ਭਾਵ ਹੈ ਇਹਨਾਂ ਦੁਆਰਾ, ਇਨੀ ਰਾਹੀਂ, ਇਹਨਾਂ ਦੇ ਰਾਹੀਂ ਹੁਕਮ ਨਾ ਬੂਝਿਆ ਜਾਏ। ਪ੍ਰਭੂ ਦੇ ਹੁਕਮ ਦੀ ਸੋਝੀ ਨੂੰ, ਪ੍ਰਭੂ ਦੀ ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ ਰਾਗਾਂ ਨਾਦਾਂ ਦੇ ਰਾਹੀਂ। ਇਹ ਸਿਰਫ ਇੱਕ ਮੀਡੀਅਮ ਹਨ ਪ੍ਰਭੂ ਦੀ ਸਿਫਤ ਸਲਾਹ ਕਰਨ ਦਾ। ਤੋ ਇਹ ਆਪਣੇ ਆਪ ਵਿੱਚ ਐਂਡ ਨਹੀਂ ਹਨ। ਕਈ ਵਾਰੀ ਕਿਸੇ ਕੀਰਤਨੀਏ ਦੇ ਨਾਲ, ਰਾਗ ਵਿੱਚ ਕੀਰਤਨ ਕਰਨ ਵਾਲਿਆਂ ਦੇ ਨਾਲ ਗੱਲ ਹੁੰਦੀ ਹੈ, ਤਾਂ ਆਮ ਤੌਰ ਤੇ ਕੁਝ ਲੋਕੀ ਇਹ ਕੰਪਲੇਂਟ ਵੀ ਕਰਦੇ ਹਨ ਜੀ ਕਿ ਤੁਸੀਂ ਨਾ ਬਹੁਤ ਜ਼ਿਆਦਾ ਪੱਕੇ ਰਾਗਾਂ ਦੇ ਵਿੱਚ ਕੀਰਤਨ ਕਰਦੇ ਹੋ ਤੇ ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਬਈ ਤੁਸੀਂ ਪੜ੍ਹਿਆ ਕੀ ਹੈ, ਲਫ਼ਜ਼ ਹੀ ਨਹੀਂ ਸਮਝ ਆਉਂਦੇ ਬਾਣੀ ਦੇ। ਤੇ ਜ਼ਿਆਦਾ ਇੰਪੋਰਟੈਂਟ ਇਹ ਹੈ ਕਿ ਬਾਣੀ ਦੇ ਲਫ਼ਜ਼, ਬਾਣੀ ਦਾ ਭਾਵ ਸਮਝ ਵਿੱਚ ਆਵੇ, ਨਾ ਕਿ ਰਾਗ ਦੀ ਖੂਬਸੂਰਤੀ ਜਾਂ ਰਾਗ ਦੀ ਜੋ ਕਲਾਕਾਰੀ ਹੈ ਉਹ ਦਿਖਾਈ ਜਾਵੇ। ਤੇ ਕਈ ਰਾਗੀਆਂ ਦਾ ਇਹ ਜਵਾਬ ਹੁੰਦਾ ਹੈ ਕਿ ਨਹੀਂ, ਰਾਗ ਦੀ ਆਪਣੀ ਅਹਿਮੀਅਤ ਹੈ। ਗੁਰੂ ਸਾਹਿਬ ਨੇ ਸਾਰੀ ਬਾਣੀ ਰਾਗਾਂ ਦੇ ਵਿੱਚ ਹੀ ਦਰਜ ਕੀਤੀ ਹੈ। ਰਾਗਾਂ ਦੇ ਅਨੁਸਾਰ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਨੂੰ ਅਰੇਂਜ ਕੀਤਾ ਹੈ। ਗੁਰੂ ਸਾਹਿਬ ਆਪ ਰਾਗਾਂ ਵਿੱਚ ਕੀਰਤਨ ਕਰਦੇ ਸਨ। ਤੋ ਇਹ ਸਾਰੀਆਂ ਗੱਲਾਂ ਹੈ ਤਾਂ ਠੀਕ ਨੇ, ਪਰ ਇਹ ਸਭ ਕੁਝ ਕਹਿ ਕੇ ਵੀ ਇਹ ਗੱਲ ਨਹੀਂ ਆਖੀ ਜਾ ਸਕਦੀ ਕਿ ਬਾਣੀ ਦੇ ਮੈਸੇਜ ਤੋਂ ਉੱਤੇ ਰਾਗ ਹੈ। ਰਾਗ ਫਿਰ ਵੀ ਬਾਣੀ ਦੇ ਮੈਸੇਜ ਦੇ ਅਧੀਨ ਹੈ। ਰਾਗ ਇੱਕ ਜ਼ਰੀਆ ਹੈ, ਰਾਗ ਇੱਕ ਮੀਡੀਅਮ ਹੈ ਜਿਹਦੇ ਰਾਹੀਂ ਬਾਣੀ ਦਾ ਸੁਨੇਹਾ ਸੁਣਨ ਵਾਲੇ ਤੱਕ ਪਹੁੰਚਾਣਾ ਹੈ। ਤੋ ਰਾਗ ਆਪਣੇ ਆਪ ਵਿੱਚ ਐਂਡ ਨਹੀਂ ਹੈ, ਇੱਕ ਮੀਨਸ ਹੈ। ਇਹ ਐਂਡ ਜਿਹੜਾ ਹੈ ਉਹ ਡੈਫੀਨੇਟਲੀ ਮੀਨਸ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਹਮੇਸ਼ਾ। ਤੋ ਰਾਗੈ ਨਾਦੈ ਬਾਹਰਾ ਇੰਨੀ ਹੁਕਮ ਨਾ ਬੂਝਿਆ ਜਾਏ। ਪ੍ਰਭੂ ਦਾ ਮਿਲਾਪ, ਪ੍ਰਭੂ ਦਾ ਪਿਆਰ ਰਾਗ ਦੀ ਤੇ ਸੰਗੀਤ ਦੀ ਕੈਦ ਤੋਂ ਪਰੇ ਹੈ। ਇਹਨਾਂ ਰਾਗਾਂ ਨਾਦਾਂ ਦੀ ਰਾਹੀਂ, ਇਹਨਾਂ ਸਵਰਾਂ ਦੇ ਰਾਹੀਂ ਪ੍ਰਭੂ ਦਾ ਹੁਕਮ, ਪ੍ਰਭੂ ਦੀ ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ। ਇਹ ਸਿਰਫ ਇੱਕ ਜ਼ਰੀਆ ਹਨ ਪ੍ਰਭੂ ਦੀ ਸਿਫਤ ਸਲਾਹ ਕਰਨ ਦੇ, ਪ੍ਰਭੂ ਦੇ ਗੁਣ ਗਾਉਣ ਦੇ। ਇਹ ਆਪਣੇ ਆਪ ਵਿੱਚ ਪਰਪਸ ਨਹੀਂ ਹੈ ਕੀਰਤਨ ਦਾ। ਕੀਰਤਨ ਦਾ ਪਰਪਸ ਹੈ ਪ੍ਰਭੂ ਦੀ ਕੀਰਤੀ, ਪ੍ਰਭੂ ਦੀ ਸਿਫਤ ਸਲਾਹ। ਰਾਗ ਸਿਰਫ ਇੱਕ ਜ਼ਰੀਆ ਹੈ ਉਸ ਸਿਫਤ ਸਲਾਹ ਦੇ ਵਿੱਚ ਮਨ ਨੂੰ ਜੋੜਨ ਵਾਸਤੇ, ਕਿਉਂਕਿ ਸੰਗੀਤ ਜਿਹੜਾ ਹੈ ਉਹ ਮਨ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ, ਸਾਡੇ ਸਬਕੌਂਸ਼ੀਅਸ ਮਾਈਂਡ ਨੂੰ ਅਫੈਕਟ ਕਰਦਾ ਹੈ। ਸੁਣਿਆ ਹੋਇਆ ਰਾਗਾਂ ਦੇ ਵਿੱਚ ਸੁਣਿਆ ਹੋਇਆ ਕੀਰਤਨ ਬੜੇ ਚਿਰ ਤੱਕ ਸਾਡੇ ਅੰਦਰ ਪ੍ਰਭਾਵ ਆਪਣਾ ਰੱਖਦਾ ਹੈ। ਤੋ ਇਸ ਲਈ ਇਹ ਇੱਕ ਇੰਪੋਰਟੈਂਟ ਤਰੀਕਾ ਹੈ ਪ੍ਰਭੂ ਦੀ ਸਿਫਤ ਸਲਾਹ ਨਾਲ ਜੁੜਨ ਦਾ, ਪਰ ਇਹ ਐਂਡ ਨਹੀਂ ਹੈ, ਇਹ ਮੀਨਸ ਹੈ। ਸੋ ਰਾਗੈ ਨਾਦੈ ਬਾਹਰਾ ਇੰਨੀ ਹੁਕਮ ਨਾ ਬੂਝਿਆ ਜਾਏ। ਤੋ ਅਗਲੀ ਪੰਕਤੀ 'ਚ ਫਿਰ ਹੁਣ ਗੱਲ ਹੁਕਮ ਦੀ ਗੁਰੂ ਸਾਹਿਬ ਕਰ ਰਹੇ ਹਨ। ਨਾਨਕ ਹੁਕਮੈ ਬੂਝੈ ਤਿਨਾ ਰਾਸ ਹੋਏ, ਸਤਿਗੁਰ ਤੇ ਸੋਝੀ ਪਾਏ। ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ, ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਹਨਾਂ ਵਾਸਤੇ ਰਾਗ ਵੀ ਸਹਾਈ ਹੋ ਸਕਦਾ ਹੈ, ਉਹਨਾਂ ਨੂੰ ਰਾਸ ਆ ਸਕਦਾ ਹੈ। ਨਾਨਕ ਹੁਕਮੈ ਬੂਝੈ, ਜਿਹੜੇ ਇੰਪੋਰਟੈਂਟ ਕੰਡੀਸ਼ਨ ਹੈ ਕਿ ਜਿਹੜੇ ਉਹਦੀ ਰਜ਼ਾ ਨੂੰ ਸਮਝ ਲੈਂਦੇ ਹਨ, ਉਹਦੀ ਰਜ਼ਾ ਨੂੰ ਬੁੱਝ ਲੈਂਦੇ ਹਨ, ਤਿੰਨਾ ਰਾਸ ਹੋਏ, ਉਹਨਾਂ ਨੂੰ ਇਹ ਰਾਸ ਆ ਜਾਂਦੇ ਹਨ, ਰਾਗ ਔਰ ਨਾਦ। ਸਤਿਗੁਰ ਤੇ ਸੋਝੀ ਪਾਏ, ਪਰ ਇਹ ਸੋਝੀ ਆਂਦੀ ਕਿੱਥੋਂ ਹੈ? ਪ੍ਰਭੂ ਦੀ ਰਜ਼ਾ ਨੂੰ ਸਮਝਣ ਦੀ, ਉਹਦੇ ਹੁਕਮ ਨੂੰ ਸਮਝਣ ਦੀ। ਉਹ ਪ੍ਰਾਪਤ ਹੁੰਦੀ ਹੈ ਸਤਿਗੁਰੂ ਪਾਸੋਂ। ਇਹ ਗੁਰੂ ਪਾਸੋਂ ਸਮਝ ਮਿਲਦੀ ਹੈ ਕਿ ਪ੍ਰਭੂ ਦੀ ਰਜ਼ਾ ਕੀ ਹੈ। ਤੇ ਜਿਨ੍ਹਾਂ ਨੂੰ ਰਜ਼ਾ ਦੇ ਸੋਝੀ ਆ ਜਾਂਦੀ ਹੈ, ਉਹਨਾਂ ਦੇ ਵਾਸਤੇ ਫਿਰ ਰਾਗ ਦੇ ਨਾਦ ਵੀ ਕੰਮ ਆ ਜਾਂਦੇ ਹਨ, ਉਹਨਾਂ ਦੇ ਸਹਾਇਕ ਹੋ ਜਾਂਦੇ ਹਨ। ਪਰ ਨਿਰੇ ਰਾਗ ਆਪਣੇ ਆਪ ਵਿੱਚ ਕੈਪੇਬਲ ਨਹੀਂ ਹਨ ਕਿ ਉਹ ਹੁਕਮ ਦੀ ਰਜ਼ਾ ਦੀ ਸੋਝੀ ਦੇ ਸਕਣ ਬੰਦੇ ਨੂੰ। ਤੋ ਇਹ ਦੋਨੋਂ ਪੰਕਤੀਆਂ ਨੂੰ, ਬਲਕਿ ਇਹਨਾਂ ਸਾਰੀਆਂ ਪੰਕਤੀਆਂ ਨੂੰ ਇਸ ਕੰਟੈਕਸਟ ਦੇ ਵਿੱਚ ਸਮਝ ਕੇ ਤੇ ਭਾਵ ਇਹਨਾਂ ਦਾ ਸਮਝਣਾ ਚਾਹੀਦਾ ਹੈ ਕਿ ਜਿਹੜਾ ਸੱਚ ਦੇ ਨਾਲ ਕੀਮਤ ਕਹੀ ਨਾ ਜਾਏ, ਗੱਲ ਆਖੀ ਗਈ ਹੈ, ਉਹ ਕੀਮਤ ਕਹੀ ਨਾ ਜਾਏ ਰਾਗਾਂ ਦੇ ਬਾਰੇ ਨਹੀਂ ਹੈ, ਉਹ ਸੱਚ ਦੇ ਬਾਰੇ ਹੈ। ਕਿ ਉਹਨਾਂ ਰਾਗਾਂ ਦੇ ਵਿੱਚ ਸਿਫਤ ਕੀਤੀ ਹੋਈ
उस सच्चे दी उसकी कीमत नहीं कही जा सकती जिस सच्चे की सिफत की जा रही है। तो पर वो जो प्रभु है जिसकी सिफत असी कर रहे हैं, जिसके गुण असी गा रहे हैं, वो रागा नादा तो बाहर है, वो अधीन नहीं है। और रागा नादा के राही उसके हुक्म की सोझी नहीं प्राप्त हो सकती। हुक्म की सोझी मिलती है सतगुर को। नानक हुक्मे बूझे तिना रास होए, सतगुर ते सोझी पाए। जिन्होंने सतगुर पासों प्रभु की रजा की सोझी मिल जाती है, उन्होंने ये राग ते नाद रास आ जाते हैं, उन्होंने काम आ जाते हैं, उन्होंने सहायक बन जाते हैं। बाकी फाइनल कंक्लूजन की है कि सब कुछ तिसते होया ज्यों किसी दी रजाए, कि सब कुछ हुंदा तां प्रभु दी रजा दे विच ही है, ਉਹਦੇ ਹੁਕਮ ਦੇ ਅਨੁਸਾਰ ਹੀ ਹੁੰਦਾ ਹੈ। तो ਜਿਹੜੇ ਇਨਸਾਨ ਰਾਗ ਨਾਦਾਂ ਦੀ ਵਰਤੋਂ ਕਰਕੇ ਉਹਦੇ ਨੇੜੇ ਹੋ ਜਾਂਦੇ ਹਨ, ਉਹਦੀ ਸਿਫਤ ਸਲਾਹ ਦੇ ਨਾਲ ਜੁੜ ਜਾਂਦੇ ਹਨ, ਉਹ ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਹਨ, ਉਹਨਾਂ ਨੂੰ ਉਹਦੀ ਰਜ਼ਾ ਦੀ ਸੋਝੀ ਪੈ ਜਾਂਦੀ ਹੈ। ਪਰ ਆਪਣੇ ਆਪ ਜਿਹੜੇ ਸਿਰਫ ਰਾਗਾਂ ਨਾਦਾਂ ਦੀ ਕਲਾ ਦੇ ਉੱਪਰ ਹੀ ਟਿਕੇ ਰਹਿੰਦੇ ਹਨ, ਸਿਰਫ ਉਹ ਇਹ ਸਮਝਦੇ ਹਨ ਕਿ ਵੀ ਇਹਨਾਂ ਦੀ ਵਰਤੋਂ ਹੀ ਸਭ ਕੁਝ ਹੈ, ਉਹਨਾਂ ਨੂੰ ਫਿਰ ਉਹਦੀ ਹੁਕਮ ਦੀ ਸੋਝੀ ਨਹੀਂ ਪ੍ਰਾਪਤ ਹੁੰਦੀ। ਉਹ ਉਹਦੇ ਰਜ਼ਾ ਤੋਂ ਰਜ਼ਾ ਦੇ ਅਨੁਕੂਲ ਹੋਣ ਤੋਂ ਬਾਹਰ ਰਹਿ ਜਾਂਦੇ ਹਨ, ਪਰੇ ਰਹਿ ਜਾਂਦੇ ਹਨ। तो इस श्लोक के अंदर जो मैसेज है कि राग गाया ਉਹੀ ਭਲਾ ਹੈ ਜਿਹਦੇ ਨਾਲ ਪ੍ਰਭੂ ਦਾ ਪਿਆਰ, ਪ੍ਰਭੂ ਦੀ ਯਾਦ ਮਨ ਦੇ ਵਿੱਚ ਵਸ ਜਾਏ। ਉਹ ਪ੍ਰਭੂ ਅਮੁੱਲ ਹੈ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਰਾਗ ਨਾਦ ਤਾਂ ਹੀ ਯੂਜ਼ਫੁਲ ਹਨ ਜੇ ਉਹਦੇ ਨਾਲ ਪ੍ਰੇਮ ਦੀ ਭਾਵਨਾ, ਪ੍ਰੇਮ ਜੁੜ ਜਾਵੇ। ਉਹ ਪ੍ਰਭੂ ਇਹਨਾਂ ਰਾਗਾਂ ਨਾਦਾਂ ਤੋਂ ਬਾਹਰ ਹੈ, ਉਹਦੀ ਰਜ਼ਾ ਇਹਨਾਂ ਦੇ ਰਾਹੀਂ ਨਹੀਂ ਸੋਝੀ ਪੈ ਸਕਦੀ। ਹੁਕਮ ਦੀ ਸੋਝੀ, ਰਜ਼ਾ ਦੀ ਸੋਝੀ ਪੈਂਦੀ ਹੈ, ਗੁਰੂ ਪਾਸੋਂ ਪ੍ਰਾਪਤ ਹੁੰਦੀ ਹੈ, ਸਤਿਗੁਰ ਤੇ ਸੋਝੀ ਪਾਈ। ਜਿਨ੍ਹਾਂ ਨੂੰ ਇਹ ਸੋਝੀ ਮਿਲ ਜਾਂਦੀ ਹੈ ਕਿ ਸਭ ਕੁਝ ਉਸ ਪ੍ਰਭੂ ਦੀ ਰਜ਼ਾ ਦੇ ਅਨੁਕੂਲ ਹੀ ਹੈ, ਉਹਦੇ ਭਾਣੇ ਵਿੱਚ ਹੀ ਸਭ ਕੁਝ ਹੁੰਦਾ ਹੈ, ਉਹਨਾਂ ਨੂੰ ਇਹ ਰਾਗ ਨਾਦ ਗਾਏ ਹੋਏ ਰਾਸ ਆ ਜਾਂਦੇ ਹਨ, ਉਹਨਾਂ ਦੇ ਸਹਾਇਕ ਬਣ ਜਾਂਦੇ ਹਨ। ਨਿਰੇ ਇਹਨਾਂ ਰਾਗਾਂ ਦੇ ਉੱਤੇ ਭਰੋਸਾ ਕਰਕੇ ਬੰਦਾ ਪ੍ਰਭੂ ਦੀ ਰਜ਼ਾ ਨੂੰ ਨਹੀਂ ਸਮਝ ਸਕਦਾ। ਅਗਲਾ ਸ਼ਲੋਕ ਨੰਬਰ ਹੈ ਜੀ 25। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ। ਗੁਰਮਤੀ ਨਾਮ ਨਿਰਮਲੋ, ਨਿਰਮਲ ਨਾਮ ਧਿਆਏ। ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨ ਆਏ। ਹਿਰਦੈ ਕਮਲ ਪ੍ਰਗਾਸਿਆ, ਜੋਤੀ ਜੋਤ ਮਿਲਾਏ। ਨਾਨਕ ਸਤਿਗੁਰ ਤਿਨ ਕੋ ਮੇਲਿਅਨ, ਜਿਨ ਧੁਰ ਮਸਤਕ ਭਾਗ ਲਿਖਾਏ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ। ਅੰਮ੍ਰਿਤ ਨਾਮ ਉਹ ਹੈ ਪ੍ਰਭੂ ਦਾ ਨਾਮ ਜੋ ਅੰਮ੍ਰਿਤ ਰੂਪ ਹੈ, ਜੋ ਆਤਮਕ ਜੀਵਨ ਦੇਣ ਵਾਲਾ ਹੈ। ਔਰ ਇਹ ਟਿਕਾ ਕਿੱਥੇ ਹੈ? ਇਹ ਟਿਕਿਆ ਹੋਇਆ ਹੈ ਸਤਿਗੁਰ ਦੇ ਵਿੱਚ। ਇਹ ਅੰਮ੍ਰਿਤ ਦਾ ਨਾਮ ਜਿਹੜਾ ਹੈ ਸਤਿਗੁਰ ਪਾਸ ਹੈ, ਸਤਿਗੁਰ ਪਾਸੋਂ ਹੀ ਪ੍ਰਾਪਤ ਹੁੰਦਾ ਹੈ। ਇਹ ਸਤਿਗੁਰ ਦੇ ਹਿਰਦੇ ਵਿੱਚ ਹੀ ਟਿਕਿਆ ਹੋਇਆ ਹੈ। ਤੇ ਸਤਿਗੁਰ ਕੀ ਕਰਦਾ ਹੈ? ਅੰਮ੍ਰਿਤ ਕਹੈ ਕਹਾਏ। ਸਤਿਗੁਰੂ ਆਪ ਇਸ ਅੰਮ੍ਰਿਤ ਰੂਪੀ ਨਾਮ ਨੂੰ ਕਹਿੰਦਾ ਹੈ, ਉਚਾਰਦਾ ਹੈ, ਜਪਦਾ ਹੈ ਅਤੇ ਹੋਰਾਂ ਪਾਸੋਂ ਜਪਾਉਂਦਾ ਵੀ ਹੈ। ਆਪ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜਦਾ ਹੈ ਤੇ ਹੋਰਾਂ ਨੂੰ ਵੀ ਪ੍ਰੇਰ ਕੇ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੋੜਦਾ ਹੈ। ਪ੍ਰਭੂ ਦਾ ਨਾਮ, ਪ੍ਰਭੂ ਦੀ ਵਡਿਆਈ, ਪ੍ਰਭੂ ਦੇ ਗੁਣ। ਸੋ ਨਾਮ ਪ੍ਰਭੂ ਦੀ ਹੋਂਦ ਹੈ, ਪ੍ਰਭੂ ਦੇ ਗੁਣ ਹਨ, ਪ੍ਰਭੂ ਦੀ ਸਿਫਤ ਸਲਾਹ ਹੈ। ਇਹ ਸਿਫਤ ਸਲਾਹ ਦੀ ਦਾਤ ਗੁਰੂ ਦੇ ਹਿਰਦੇ 'ਚ ਵਸਦੀ ਹੈ। ਇਹ ਆਤਮਿਕ ਜੀਵਨ ਦੇਣ ਵਾਲੀ ਹੈ। ਇਹ ਆਤਮਿਕ ਜੀਵਨ ਦੇਣ ਵਾਲੀ ਦਾਤ ਸਤਿਗੁਰ ਦੇ ਹਿਰਦੇ ਵਿੱਚ ਵਸਦੀ ਹੋਈ, ਇਸ ਦੀ ਵਰਤੋਂ ਕਰਕੇ ਸਤਿਗੁਰ ਆਪ ਇਸ ਦਾਤ ਦੇ ਨਾਲ ਜੁੜਦਾ ਹੈ ਤੇ ਹੋਰਾਂ ਨੂੰ ਵੀ ਪ੍ਰੇਰ ਕੇ ਇਸ ਸਿਫਤ ਸਲਾਹ ਦੇ ਨਾਲ ਦੂਜਿਆਂ ਨੂੰ ਵੀ ਜੋੜਦਾ ਹੈ। ਉਹ ਆਪ ਇਹ ਅੰਮ੍ਰਿਤ ਨਾਮ ਜਪਦਾ ਹੈ ਤੇ ਹੋਰਾਂ ਨੂੰ ਵੀ ਅੰਮ੍ਰਿਤ ਨਾਮ ਜਪਾਉਂਦਾ ਹੈ। ਸੋ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ। ਉਹ ਆਪ ਅੰਮ੍ਰਿਤ ਨਾਮ ਕਹਿੰਦਾ ਹੈ ਅਤੇ ਕਹਾਉਂਦਾ ਵੀ ਹੈ ਦੂਜਿਆਂ ਪਾਸੋਂ ਵੀ, ਭਾਵ ਦੂਜਿਆਂ ਨੂੰ ਵੀ ਪ੍ਰੇਰਨਾ ਕਰਦਾ ਹੈ। ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਹਨ ਕਿ ਗੁਰਮਤੀ ਨਾਮ ਨਿਰਮਲੋ,
ਨਿਰਮਲ ਨਾਮ ਧਿਆਏ। ਇੱਥੇ ਨਿਰਮਲੋ ਲਫ਼ਜ਼ ਦਾ ਧਿਆਨ ਦੇਣ ਦੀ ਲੋੜ ਹੈ। ਇੱਥੇ ਲੱਲੇ ਨੂੰ ਔਂਕੜ ਵੀ ਲੱਗੀ ਹੋਈ ਹੈ, ਹੋਣਾ ਵੀ ਲੱਗਿਆ ਹੋਇਆ ਹੈ। ਇਹ ਇੱਕ ਬੜੀ ਯੂਨੀਕ ਵਿਲੱਖਣ ਚੀਜ਼ ਹੈ ਜੋ ਸਿਰਫ ਗੁਰਬਾਣੀ ਵਿੱਚ ਹੀ ਸਾਨੂੰ ਦੇਖਣ ਨੂੰ ਮਿਲਦੀ ਹੈ। ਦੁਮਾਤਰਕ ਲਫ਼ਜ਼, ਇੱਕੋ ਅੱਖਰ ਨੂੰ ਦੋ ਦੋ ਮਾਤਰਾ ਲੱਗੀਆਂ ਹੋਈਆਂ। ਇਹ ਬਾਕੀ ਲਿਟਰੇਚਰ ਦੇ ਵਿੱਚ ਤੁਹਾਨੂੰ ਹੋਰ ਕਿਤੇ ਨਹੀਂ ਨਜ਼ਰ ਆਏਗਾ। ਔਰ ਇਹਦੀ ਵਜ੍ਹਾ ਹੈ ਕਿ ਗੁਰਬਾਣੀ ਦੀ ਆਪਣੀ ਵਿਆਕਰਨ ਹੈ, ਆਪਣੇ ਵਿਆਕਰਨ ਦੇ ਨੇਮ ਹਨ। ਉਹਨਾਂ ਨੇਮਾਂ ਦੇ ਅਨੁਸਾਰ ਇੱਥੇ ਨਿਰਮਲ ਲਫ਼ਜ਼ ਲੱਲੇ ਨੂੰ ਔਂਕੜ ਦੇ ਨਾਲ ਆਉਣਾ ਚਾਹੀਦਾ ਹੈ। ਪਰ ਜਿਵੇਂ ਕਿ ਆਪ ਜਾਣਦੇ ਹੀ ਹੋ ਕਿ ਇਹਨਾਂ ਮਾਤਰਾਵਾਂ ਦੇ ਆਪਣੇ ਵਜ਼ਨ ਹੁੰਦੇ ਹਨ। ਜਿੰਨਾ ਸਮਾਂ ਇੱਕ ਮਾਤਰਾ ਨੂੰ ਉਚਾਰਨ ਕਰਨ ਤੇ ਲੱਗਦਾ ਹੈ, ਉਹਦੇ ਮੁਤਾਬਕ ਉਹਦੇ ਵਜ਼ਨ ਦੀ ਗਿਣਤੀ ਕੀਤੀ ਜਾਂਦੀ ਹੈ। ਔਰ ਪੋਇਟਰੀ ਦੇ ਵਿੱਚ, ਕਵਿਤਾ ਦੇ ਵਿੱਚ ਮਾਤਰਾ ਦੇ ਵਜ਼ਨ ਨੂੰ ਲੈ ਕੇ ਤੇ ਫਿਰ ਛੰਦਾਬੰਦੀ ਦੀ ਜਿਹੜੀ ਸਕੀਮ ਹੈ ਉਸ ਦਾ ਨਿਰਣਾ ਕੀਤਾ ਜਾਂਦਾ ਹੈ। ਕਿੰਨੇ ਅੱਖਰਾਂ ਤੋਂ ਬਾਅਦ ਜੋ ਹੈ ਵਿਸ਼ਰਾਮ ਦੇਣਾ ਹੈ। ਉਹ ਉਸ ਤਰੀਕੇ ਦੇ ਨਾਲ ਜਿਹੜੇ ਕਵਿਤਾ ਦੇ ਵੱਖੋ ਵੱਖਰੇ ਸਰੂਪ ਹਨ, ਉਹਨਾਂ ਦੀ ਇਹ ਗੱਲ ਨੀਅਤ ਹੁੰਦੀ ਹੈ ਕਿ ਉਹਨਾਂ ਦਾ ਵਿਸ਼ਰਾਮ ਕਿੱਥੇ ਦਿੱਤਾ ਜਾਏਗਾ। ਤੋ ਕਈ ਵਾਰੀ ਫਿਰ ਉਸ ਪੋਇਟਰੀ ਦੀ ਚਾਲ ਨੂੰ ਪੂਰਾ ਰੱਖਣ ਵਾਸਤੇ ਮਾਤਰਾ ਵਧਾਣੀ ਜਾਂ ਘਟਾਣੀ ਪੈਂਦੀ ਹੈ। ਤੋ ਇੱਥੇ ਵੀ ਹੁਣ ਨਿਰਮਲ ਲਫ਼ਜ਼ ਜੋ ਓਰੀਜਨਲੀ ਲੱਲੇ ਦੇ ਔਂਕੜ ਦੇ ਨਾਲ ਹੋਣਾ ਚਾਹੀਦਾ ਸੀਗਾ, ਪਰ ਔਂਕੜ ਦੀ ਮਾਤਰਾ ਇੱਕ ਹੁੰਦੀ ਹੈ, ਹੋੜੇ ਦੀ ਮਾਤਰਾ ਡਬਲ ਵਜ਼ਨ ਦੀ 2 ਦਾ ਤੋਲ ਹੁੰਦਾ ਹੈ। ਤੇ ਇੱਥੇ ਮਾਤਰਾ ਨੂੰ ਵਧਾਉਣ ਵਾਸਤੇ ਉਚਾਰਨ ਨਿਰਮਲੋ ਕੀਤਾ ਜਾਏਗਾ, ਪਰ ਅਰਥ ਨਿਰਮਲ ਹੋੜੇ ਨਾਲ ਨਹੀਂ ਬਲਕਿ ਔਂਕੜ ਦੇ ਨਾਲ ਕੀਤੇ ਜਾਣਗੇ। ਸੋ ਅਰਥ ਕਰਨ ਲੱਗਿਆ ਜੋ ਅਸੀਂ ਵਿਚਾਰ ਕਰਾਂਗੇ, ਗੁਰਮਤਿ ਨਾਮ ਨਿਰਮਲ, ਨਿਰਮਲ ਨਾਮ ਧਿਆਏ। ਉਚਾਰਨ ਪਾਠ ਇਵੇਂ ਹੋਏਗਾ, ਗੁਰਮਤਿ ਨਾਮ ਨਿਰਮਲੋ, ਨਿਰਮਲ ਨਾਮ ਧਿਆਏ। ਸੋ ਪਾਠ ਕਰਨ ਲੱਗਿਆ ਅਸੀਂ ਪੜਾਂਗੇ ਨਿਰਮਲੋ, ਅਰਥ ਕਰਨ ਲੱਗਿਆ ਇਸ ਨੂੰ ਨਿਰਮਲ ਮੰਨ ਕੇ ਹੀ ਇਹਦੇ ਅਰਥ ਕੀਤੇ ਜਾਣਗੇ। ਤੋ ਇਹਦਾ ਭਾਵ ਹੈ ਕਿ ਗੁਰੂ ਦੀ ਮੱਤ ਉੱਤੇ ਤੁਰਿਆ ਹੀ ਇਹ ਨਿਰਮਲ ਨਾਮ ਪ੍ਰਾਪਤ ਹੁੰਦਾ ਹੈ। ਗੁਰਮਤਿ ਨਾਮ ਨਿਰਮਲ, ਭਾਵ ਇਹ ਨਿਰਮਲ ਨਾਮ ਗੁਰੂ ਦੀ ਮੱਤ ਨਾਲ ਹੀ ਪ੍ਰਾਪਤ ਹੁੰਦਾ ਹੈ। ਨਿਰਮਲ ਨਾਮ ਧਿਆਏ, ਤੇ ਗੁਰੂ ਦੀ ਮੱਤ ਤੇ ਤੁਰ ਕੇ ਹੀ ਮਨੁੱਖ ਇਹ ਪਵਿੱਤਰ ਨਾਮ ਦਾ ਧਿਆਨ ਧਰ ਸਕਦਾ ਹੈ, ਧਿਆ ਸਕਦਾ ਹੈ, ਜਪ ਸਕਦਾ ਹੈ। ਸੋ ਇਸ ਪੂਰੀ ਪੰਕਤੀ ਦਾ ਅਰਥ ਹੋ ਗਿਆ, ਗੁਰਮਤਿ ਨਾਮ ਨਿਰਮਲੋ, ਨਿਰਮਲ ਨਾਮ ਧਿਆਏ, ਭਾਵ ਗੁਰੂ ਦੀ ਮੱਤ ਤੇ ਤੁਰਿਆ ਹੀ ਨਿਰਮਲ ਨਾਮ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਿਰਮਲ ਨਾਮ ਨੂੰ ਜਪਿਆ ਜਾ ਸਕਦਾ ਹੈ। ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹਿਰਦੈ ਕਮਲ ਪ੍ਰਗਾਸਿਆ, ਜੋਤੀ ਜੋਤ ਮਿਲਾਏ। ਇਹ ਕਮਲ ਨੂੰ ਦੇ ਖਿੜਨ ਦੀ ਗੱਲ, ਕਮਲ ਦੇ ਪ੍ਰਗਾਸ ਹੋਣ ਦੀ ਗੱਲ ਗੁਰਬਾਣੀ ਵਿੱਚ ਅਨੇਕਾਂ ਵਾਰੀ ਵਰਤੀ ਗਈ ਹੈ। ਤੇ ਇਹਦਾ ਜੋ ਭਾਵ ਅਰਥ ਹੈ ਉਹ ਇਹੀ ਹੈ ਕਿ ਖਿੜਾ ਦੀ ਅਵਸਥਾ, ਆਨੰਦ ਦੀ ਅਵਸਥਾ ਜਦੋਂ ਮਿਲਾਪ ਹੋ ਜਾਂਦਾ ਹੈ। ਤਾਂ ਇੱਥੇ ਵੀ ਉਹੀ ਗੱਲ ਕੀਤੀ ਜਾ ਰਹੀ ਹੈ, ਹਿਰਦੈ ਕਮਲ ਪ੍ਰਗਾਸਿਆ, ਜੋਤੀ ਜੋਤ ਮਿਲਾਏ। ਕਿ ਜਿਨ੍ਹਾਂ ਦਾ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ, ਜਿਨ੍ਹਾਂ ਦੀ ਜੋਤ ਉਸ ਜੋਤ ਪਰਮ ਜੋਤ ਵਿੱਚ ਮਿਲ ਜਾਂਦੀ ਹੈ, ਤਾਂ ਉਹਨਾਂ ਦੇ ਹਿਰਦੇ ਦੀ ਅਵਸਥਾ ਐਸੀ ਬਣ ਜਾਂਦੀ ਹੈ ਮਾਨੋ ਉਹਨਾਂ ਦੇ ਅੰਦਰ ਉਹਨਾਂ ਦੇ ਹਿਰਦੇ ਰੂਪੀ ਕਮਲ ਜਿਹੜਾ ਹੈ ਉਹ ਖਿੜ ਪੈਂਦਾ ਹੈ। ਉਹ ਆਨੰਦ ਦੀ ਅਵਸਥਾ 'ਚ ਆ ਜਾਂਦੇ ਹਨ। ਇਸ ਨੂੰ ਆਤਮਕ ਵਿਕਾਸ ਦੀ ਅਵਸਥਾ ਵੀ ਕਿਹਾ ਜਾਂਦਾ ਹੈ, ਆਨੰਦ ਦੀ ਅਵਸਥਾ ਵੀ ਕਿਹਾ ਜਾਂਦਾ ਹੈ, ਜਾਂ ਕਮਲ ਪ੍ਰਗਾਸਿਆ ਵੀ ਕਿਹਾ ਗਿਆ ਹੈ। ਤੋ ਇਹ ਹੈ ਮਿਲਾਪ ਦੀ ਅਵਸਥਾ, ਜਦੋਂ ਮਨੁੱਖ ਦੀ ਜੋਤ ਉਸ ਪਰਮ ਜੋਤ ਦੇ ਵਿੱਚ ਲੀਨ ਹੋ ਜਾਂਦੀ ਹੈ। ਇੱਕ ਲਾਈਨ ਮਿਸ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਇੱਕ ਮਿੰਟ। ਹਾਂ, ਇਹ ਸੌਰੀ, ਠੀਕ ਗੱਲ ਹੈ। ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨ ਆਏ। ਮਤਲਬ ਬੇਧਿਆਨੀ ਹੋ ਗਈ ਮੇਰੇ ਕੋਲੋਂ। ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨ ਆਏ। ਇਹ ਅੰਮ੍ਰਿਤ ਨਾਮ ਵਾਲੀ ਜੋ ਬਾਣੀ ਹੈ, ਗੁਰੂ ਦੀ ਜੋ ਬਾਣੀ ਹੈ, ਉਹ ਵੀ ਆਤਮਕ ਜੀਵਨ ਦੇਣ ਵਾਲੀ ਹੈ। ਇਹ ਮਨੁੱਖਾ ਜੀਵਨ ਦਾ ਤੱਤ ਹੀ ਇਹ ਆਤਮਕ ਦੇਣ ਵਾਲੀ ਬਾਣੀ ਹੈ।
ਗੁਰਮੁਖ ਵਸੈ ਮਨ ਆਏ। ਗੁਰਮੁਖ ਤੋਂ ਭਾਵ ਹੈ ਗੁਰੂ ਦੇ ਸਨਮੁਖ ਹੋ ਕੇ। ਗੁਰੂ ਦੇ ਸਨਮੁਖ ਹੋਣ ਦਾ ਕੀ ਅਰਥ ਹੈ? ਇਹ ਸਨਮੁਖ ਉਹ ਇਨਸਾਨ ਹੁੰਦਾ ਹੈ ਜਿਹੜਾ ਸਾਹਮਣੇ ਵਾਲੇ ਦੀ ਗੱਲ ਨੂੰ ਮੰਨ ਕੇ ਉਹਦੇ ਅਨੁਸਾਰ ਕਰਮ ਕਰਦਾ ਹੈ। ਉਹ ਜਿਹੜਾ ਬੰਦਾ ਗੁਰੂ ਦੇ ਹੁਕਮ ਨੂੰ ਸੁਣ ਕੇ ਅਣਸੁਣਿਆ ਕਰ ਦੇਵੇ, ਉਹਦੇ ਅਨੁਸਾਰ ਉਹਦੀ ਪਾਲਣਾ ਨਾ ਕਰੇ, ਤਾਂ ਫਿਰ ਉਹ ਕਿਹਾ ਜਾ ਸਕਦਾ ਵੀ ਉਹ ਤਾਂ ਮੂੰਹ ਦਿਖਾਉਣ ਲਾਇਕ ਨਹੀਂ ਰਹੇਗਾ, ਜਿਹੜਾ ਹੁਕਮ ਦੀ ਅਦੁੱਲੀ ਕਰੇਗਾ। ਆਮ ਦੁਨੀਆ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਜੇ ਮੰਨ ਲਓ ਸਕੂਲ ਵਿੱਚ ਟੀਚਰ ਨੇ ਕੋਈ ਹੋਮਵਰਕ ਦਿੱਤਾ ਹੈ ਤੇ ਸਟੂਡੈਂਟ ਕਰਕੇ ਨਹੀਂ ਆਉਂਦਾ, ਤੇ ਉਹ ਟੀਚਰ ਨਾਲ ਨਜ਼ਰ ਮਿਲਾਉਣ ਤੋਂ ਵੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਨਜ਼ਰ ਨਹੀਂ ਮਿਲਾਉਂਦਾ, ਕਿਉਂਕਿ ਉਹਨੂੰ ਪਤਾ ਹੈ ਕਿ ਹੁਣੇ ਮੇਰੇ ਤੋਂ ਪੁੱਛਿਆ ਜਾਏਗਾ ਵੀ ਕਾਪੀ ਦਿਖਾ, ਹੋਮਵਰਕ ਕੀਤਾ ਕਿ ਨਹੀਂ ਕੀਤਾ। ਤੇ ਉਹਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੇਰੇ ਨਾਲ ਟੀਚਰ ਦੀ ਨਜ਼ਰ ਮਿਲੇ ਹੀ ਨਾ, ਉਹ ਮੇਰੇ ਨਾਲ ਗੱਲ ਹੀ ਨਾ ਕਰੇ। तो वो परे परे होने की कोशिश करता है, पर ਜਿਹੜਾ ਕੰਮ ਕਰਕੇ ਆਇਆ ਹੁੰਦਾ ਹੈ ਉਹ ਸਿੱਧੇ ਸਪਸ਼ਟ ਸਾਹਮਣੇ ਦੇਖ ਕੇ ਗੱਲ ਕਰਦਾ ਹੈ, ਬਿਲਕੁਲ ਸਾਹਮਣੇ ਹੋ ਕੇ ਸਨਮੁਖ ਹੁੰਦਾ ਉਹ। ਤੋ ਇੱਥੇ ਵੀ ਗੱਲ ਗੁਰਮੁਖ ਦੀ ਹੋਈ ਹੈ, ਗੁਰੂ ਦੇ ਸਨਮੁਖ ਉਹੀ ਹੁੰਦਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਜਿਹੜਾ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੈ, ਜੋ ਗੁਰੂ ਪਾਸੋਂ ਸਿੱਖਿਆ ਮਿਲਦੀ ਹੈ ਉਹਦੇ ਅਨੁਸਾਰ ਹੀ ਕਰਮ ਕਰਦਾ ਹੈ। ਤੋ ਇਹ ਜੋ ਅੰਮ੍ਰਿਤ ਨਾਮ ਜਪਣ ਦੀ ਗੱਲ ਗੁਰੂ ਦੇ ਪਾਸੋਂ ਪ੍ਰਾਪਤ ਹੁੰਦੀ ਹੈ, ਗੁਰੂ ਆਪ ਜਪਦਾ ਹੈ, ਦੂਜਿਆਂ ਨੂੰ ਵੀ ਜਪਣ ਦੀ ਪ੍ਰੇਰਣਾ ਕਰਦਾ ਹੈ। ਇਸ ਨਿਰਮਲ ਨਾਮ ਦੇ ਨਾਲ ਗੁਰੂ ਸਭ ਨੂੰ ਜੋੜਦਾ ਹੈ। ਇਹ ਅੰਮ੍ਰਿਤ ਨਾਮ ਦੇਣ ਵਾਲੀ ਬਾਣੀ ਗੁਰੂ ਦੀ ਮੱਤ ਹੀ ਜੀਵਨ ਦਾ ਤੱਤ ਹੈ, ਜਿਸ ਦੇ ਜਿਹਨੂੰ ਜਿਹਦੀ ਸੋਝੀ ਮਨ ਦੇ ਵਿੱਚ ਵਸਦੀ ਹੈ, ਗੁਰੂ ਦੇ ਸਨਮੁਖ ਹੋਇਆ ਭਾਵ ਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਹਿਰਦੇ 'ਚ ਵਸਾ ਕੇ ਔਰ ਜੀਵਨ ਵਿੱਚ ਅਪਣਾ ਕੇ। ਸੋ ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨ ਆਏ। ਗੁਰੂ ਦੀ ਮੱਤ ਤੇ ਤੁਰ ਕੇ ਹੀ ਇਹ ਪਵਿੱਤਰ ਨਾਮ ਜਿਹੜਾ ਹੈ ਉਹ ਜਪਿਆ ਜਾਂਦਾ ਹੈ, ਤੇ ਆਤਮਿਕ ਜੀਵਨ ਦੇਣ ਵਾਲੀ ਬਾਣੀ ਦੇ ਰਾਹੀਂ ਹੀ ਇਹ ਮਨ ਦੇ ਵਿੱਚ ਨਾਮ ਵਸਦਾ ਹੈ। ਉਸ ਵਸਣ ਦਾ ਸਦਕਾ ਫਿਰ ਇਹ ਹਿਰਦੇ ਦੇ ਵਿੱਚ ਜੋ ਹੈ ਕਮਲ ਦਾ ਪ੍ਰਗਾਸ ਹੁੰਦਾ ਹੈ, ਜੋਤੀ ਜੋਤ ਮਿਲਾਏ ਮਿਲਾਪ ਦੀ ਅਵਸਥਾ ਬਣ ਜਾਂਦੀ ਹੈ। ਤੋ ਜਿਸ ਦੀ ਜੋਤ ਫਿਰ ਪਰਮ ਜੋਤ ਨਾਲ ਮਿਲ ਜਾਂਦੀ ਹੈ, ਇਹ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜਿਆ, ਪ੍ਰਭੂ ਦੇ ਨਾਮ ਦੇ ਨਾਲ ਜੁੜਿਆ, ਤੇ ਉਹਦੇ ਅੰਦਰ ਫਿਰ ਇਹ ਵਿਗਾਸ ਦੀ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਹਿਰਦਾ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ। ਅੰਤਲੀ ਪੰਕਤੀ 'ਚ ਫਿਰ ਗੁਰੂ ਸਾਹਿਬ ਫਰਮਾਉਂਦੇ ਆ, ਨਾਨਕ ਸਤਿਗੁਰ ਤਿਨ ਕੋ ਮਿਲਿਓਨ ਜਿਨ ਧੁਰ ਮਸਤਕ ਭਾਗ ਲਿਖਾਏ। तो ये बख्शिश गुरु दी ही है, सतगुर उन्होंने ही मिलाता है जिन्हां दे मत्थे उत्ते धुर दरगाह तो ये लेख लिखे हुंदे हन। ये धुरमस्तक लेख की गल गुरबाणी दे विच अनेक जगह ते पढ़न नूं मिलदी है, और इसनूं आम तौर दे उत्ते पिछले कर्मां दे फल वजों भी एक्सप्लेन किया जाता है कि जिन्हां दे पिछले कीते हुए कर्मां दे संस्कारां दे अनुसार जिन्हां दे मत्थे दे उत्ते गुरु दी शरण विच पैना, गुरु दे नाल मिलना लिखिया हुंदा है। ये लिखिया किहदे वल्लों है? लिखिया परमात्मा वल्लों है। परमात्मा किवें लिखदा है? तुहाडे कीते हुए कर्मां दे आधार दे उत्ते। हुण कर्म किहड़े हन? कर्म ਉਹ ਹਨ ਜਿਹੜੇ ਹੁਣ ਤੋਂ ਪਹਿਲਾਂ ਹੋ ਚੁੱਕੇ ਹਨ। ਹੁਣ ਤੋਂ ਪਹਿਲਾਂ ਫਿਰ ਇਹ ਬੜਾ ਇੱਕ ਅਨਸਰਟਨ ਜਿਹਾ ਕਨਸੈਪਟ ਨਿਕਲ ਆਉਂਦਾ ਹੈ ਕਿ ਹੁਣ ਤੋਂ ਲੈ ਕੇ ਕਿੱਥੇ ਤੱਕਨ ਪਹਿਲਾਂ, ਕਿ ਇਹ ਜਨਮ ਦੀ ਬਿਗਨਿੰਗ ਹੈ ਕਿ ਜਾਂ ਇਸ ਤੋਂ ਪਹਿਲਾਂ ਵੀ ਕੁਝ ਸੀ। तो ये फिर वो जो सवाल आ जाता है कि भाई पूर्वले जन्म है कि नहीं है, पूर्वले कर्म की हन। तो ये ऐसा फील्ड है जिहदे विच सर्टेनिटी नाल कोई दावा नहीं किया जा सकता कि जो ये गल की जा रही है यही फाइनल है। तो जो सानू गल अपील करती है जिहदे अनुसार असी इहदे अर्थ करते आए हाँ, वो यही है कि हुण तो ਪਹਿਲਾਂ ਦੇ ਕੀਤੇ ਹੋਏ ਕਰਮਾਂ ਦੇ ਆਧਾਰ ਤੇ ਹੀ ਧੁਰ ਮਸਤਕ ਦੇ ਲੇਖ ਲਿਖੇ ਜਾਂਦੇ ਹਨ, ਜਿਨ੍ਹਾਂ ਦੇ ਆਧਾਰ ਤੇ ਪ੍ਰਭੂ ਇਨਸਾਨ ਦੇ ਲੇਖ ਮੱਥੇ ਤੇ ਲਿਖਦਾ ਹੈ, ਜਿਹਦੇ ਅਨੁਸਾਰ ਉਸ ਨੂੰ ਸਤਿਗੁਰ ਦੀ ਸ਼ਰਨ ਪ੍ਰਾਪਤ ਹੁੰਦੀ ਹੈ ਤੇ ਸਤਿਗੁਰ ਦੀ ਬਖਸ਼ਿਸ਼ ਹੋ ਕੇ ਉਹ ਪ੍ਰਭੂ ਦੇ ਨਾਮ ਦੇ ਨਾਲ ਜੁੜ ਕੇ ਤੇ ਪ੍ਰਭੂ ਦੇ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ। तो नानक सतगुर तिन को मिलियन जिन धुर मस्तक भाग लिखाए।
ਪਰ ਇਹ ਗੱਲ ਬਾਰ-ਬਾਰ ਦੁਹਰਾਈ ਜਾਂਦੀ ਕਿਉਂ ਹੈ? ਇਹਦਾ ਪਰਪਸ ਕੀ ਹੈ? ਕਿਉਂ ਇਸ ਗੱਲ ਨੂੰ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਜੇ ਪ੍ਰਭੂ ਦੇ ਨਾਲ ਮਿਲਾਪ ਦੀ ਅਵਸਥਾ ਬਣ ਰਹੀ ਹੈ ਤਾਂ ਇਹ ਪ੍ਰਭੂ ਦੀ ਹੀ ਬਖਸ਼ਿਸ਼ ਹੈ ਕਿ ਉਹਨੇ ਤੁਹਾਡੇ ਮਸਤਕ ਤੇ ਇਹ ਲੇਖ ਲਿਖੇ ਸਨ ਕਿ ਤੁਹਾਡਾ ਸਤਿਗੁਰ ਦੇ ਨਾਲ ਮਿਲਾਪ ਹੋ ਗਿਆ। ਸਤਿਗੁਰ ਨੇ ਤੁਹਾਨੂੰ ਸਹੀ ਰਾਹ, ਸਹੀ ਜੀਵਨ ਜਾਚ ਸਿਖਾ ਦਿੱਤੀ ਤੇ ਪ੍ਰਭੂ ਨਾਲ ਮਿਲਾਪ ਹੋ ਗਿਆ। ਭੁੱਲੇ ਭਟਕਿਆਂ ਨੂੰ ਸਹੀ ਮਾਰਗ ਮਿਲ ਗਿਆ। ਉਹਦੀ ਮੇਨ ਵਜ੍ਹਾ ਇਹ ਹੈ ਕਿ ਪ੍ਰਭੂ ਦੇ ਵਿੱਚ ਔਰ ਸਾਡੇ ਵਿੱਚ ਵਿੱਥ ਹੈ ਹਉਮੈ ਦੀ। ਜਦ ਤੱਕ ਇਹ ਹਉਮੈ ਦੀ ਦੀਵਾਰ ਨਹੀਂ ਟੁੱਟਦੀ ਤਦ ਤੱਕ ਮੇਲ ਹੁੰਦਾ ਨਹੀਂ ਹੈ। ਨਹੀਂ ਤਾਂ ਹੁਣ ਕੋਈ ਪ੍ਰਭੂ ਗਵਾਚਾ ਹੋਇਆ ਤਾਂ ਹੈ ਨਹੀਂ ਕਿ ਜਿਹੜਾ ਮਿਲਦਾ ਨਹੀਂ ਪਿਆ। ਜਿਵੇਂ ਬਾਣੀ 'ਚ ਇਹ ਵੀ ਗੱਲ ਬਾਰ-ਬਾਰ ਦ੍ਰਿੜ ਕਰਵਾਈ ਜਾਂਦੀ ਹੈ ਕਿ ਪ੍ਰਭੂ ਦੀ ਜੋਤ ਹਰ ਹਿਰਦੇ ਵਿੱਚ ਹੈ, ਉਹ ਹਰ ਜਗ੍ਹਾ ਮੌਜੂਦ ਹੈ। ਤਾਂ ਫਿਰ ਕਿਤੇ ਕੋਈ ਗਵਾਚਾ ਥੋੜਾ ਹੋਇਆ ਜਿਹੜਾ ਮਿਲਦਾ ਨਹੀਂ ਪਿਆ। ਹੋਣ ਦੇ ਬਾਵਜੂਦ ਵੀ ਨਹੀਂ ਇਹ ਸਾਨੂੰ ਅਹਿਸਾਸ ਹੋ ਰਿਹਾ, ਉਹਦੀ ਵਜ੍ਹਾ ਹੈ ਸਾਡੀ ਹਉਮੈ, ਜਿਹੜੀ ਉਹਦੇ ਵਿਚਕਾਰ ਇੱਕ ਪਰਦਾ, ਇੱਕ ਦੀਵਾਰ ਖੜੀ ਕਰ ਦਿੰਦੀ ਹੈ। ਉਹ ਇਹ ਹਉਮੈ ਦੀ ਦੀਵਾਰ ਨੂੰ ਤੋੜਨਾ, ਹਉਮੈ ਦੀ ਇਸ ਪਰਦੇ ਨੂੰ ਹਟਾਉਣਾ ਹੀ ਸਭ ਤੋਂ ਇੰਪੋਰਟੈਂਟ ਸਟੈਪ ਹੈ ਇਸ ਮਿਲਾਪ ਦੀ ਅਵਸਥਾ ਨੂੰ ਹਾਸਲ ਕਰਨ ਵਾਸਤੇ। ਕਿ ਜਦ ਤੱਕ ਇਨਸਾਨ ਬਖਸ਼ਿਸ਼ ਦੀ ਅਹਿਮੀਅਤ ਨੂੰ ਸਮਝ ਕੇ ਆਪਣਾ ਸਿਰ ਪ੍ਰਭੂ ਦੇ ਅੱਗੇ ਨਿਵਾਉਂਦਾ ਨਹੀਂ ਹੈ, ਪ੍ਰਭੂ ਤੋਂ ਸਦਕੇ ਨਹੀਂ ਜਾਂਦਾ, ਪ੍ਰਭੂ ਦੀ ਬਖਸ਼ਿਸ਼ ਦਾ ਅਹਿਸਾਸ ਮਹਿਸੂਸ ਨਹੀਂ ਕਰਦਾ, ਤਦ ਤੱਕ ਇਹ ਹਉਮੈ ਦੀ ਜਿਹੜੀ ਦੀਵਾਰ ਹੈ ਇਹ ਟੁੱਟਦੀ ਨਹੀਂ ਹੈ। ਇਹ ਹਉਮੈ ਦੀ ਭਾਵਨਾ ਖਤਮ ਨਹੀਂ ਹੁੰਦੀ। ਜੇ ਇਨਸਾਨ ਦੇ ਹਿਰਦੇ ਦੇ ਵਿੱਚ ਇਹੀ ਵਿਚਾਰ ਬਣਿਆ ਰਵੇ, ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ, ਮੈਂ ਨਾਮ ਜਪਦਾ ਹਾਂ, ਮੈਂ ਭਗਤੀ ਕਰਦਾ ਹਾਂ, ਮੈਨੂੰ ਤਾਂ ਪ੍ਰਭੂ ਮਿਲਣਾ ਹੀ ਚਾਹੀਦਾ ਹੈ, ਤਾਂ ਇਹ ਮੈਂ ਜਿਹੜੀ ਹੈ ਨਾ ਇਹ ਮਿਲਾਪ ਦੇ ਵਿੱਚ ਇੱਕ ਦੀਵਾਰ ਬਣ ਕੇ ਖੜੀ ਹੋ ਜਾਂਦੀ ਹੈ। ਜਦ ਤੱਕ ਮੈਂ ਕਰ ਰਿਹਾ ਹਾਂ ਤਦ ਤੱਕ ਰਿਜ਼ਲਟ ਨਹੀਂ ਮਿਲੇਗਾ। ਜਦੋਂ ਪ੍ਰਭੂ ਕਰਵਾ ਰਿਹਾ ਹੈ, ਇਹ ਉਹਦੀ ਬਖਸ਼ਿਸ਼ ਹੈ ਤੇ ਇਹ ਗੱਲ ਜੈਨੂਇਨਲੀ ਅਸੀਂ ਐਕਸੈਪਟ ਕਰ ਲੈਂਦੇ ਹਾਂ ਕਿ ਪ੍ਰਭੂ ਨੇ ਬਖਸ਼ਿਸ਼ ਕੀਤੀ ਹੈ, ਕਿ ਉਹਨੇ ਮੈਨੂੰ ਮੇਲ ਲਿਆ ਹੈ, ਤਾਂ ਹੀ ਮਿਲਾਪ ਸੰਭਵ ਹੈ। ਜਦ ਤੱਕ ਮੈਂ ਪੜ੍ਹਦਾ ਹਾਂ, ਮੈਂ ਉੱਠਦਾ ਹਾਂ, ਮੈਂ ਜਪਦਾ ਹਾਂ, ਤਦ ਤੱਕ ਮਿਲਾਪ ਸੰਭਵ ਨਹੀਂ ਹੈ। ਇੱਕ ਬੁਲਾਰਾ ਇੱਕ ਵਾਰੀ ਬੋਲ ਰਿਹਾ ਸੀ, ਕਹਿੰਦਾ ਕਿ ਬਈ ਮਿਹਨਤ ਮੇਰੀ ਬਖਸ਼ਿਸ਼ ਤੇਰੀ, ਮਿਹਨਤ ਮੇਰੀ ਰਹਿਮਤ ਤੇਰੀ। ਤੇ ਉਹਦੀ ਵਿਆਖਿਆ ਉਹਨੇ ਇਸ ਤਰ੍ਹਾਂ ਕੀਤੀ ਕਿ ਮੈਂ ਮਿਹਨਤ ਕਰਾਂਗਾ ਤੇ ਤਾਂ ਤੇਰੀ ਰਹਿਮਤ ਹੋਏਗੀ ਨਾ, ਜੇ ਮੈਂ ਮਿਹਨਤ ਹੀ ਨਹੀਂ ਕਰਾਂਗਾ ਤੇ ਰਹਿਮਤ ਕਿਵੇਂ ਹੋਏਗੀ। ਉਹ ਇਹਦੇ 'ਚ ਜੋ ਮੈਨੂੰ ਗੱਲ ਸਮਝ ਆਈ ਬਈ ਇਹ ਤਾਂ ਕੁਝ ਪ੍ਰਾਇਮਰੀ ਫੋਕਸ ਮਿਹਨਤ ਦੇ ਉੱਤੇ ਹੋ ਗਿਆ ਨਾ, ਰਹਿਮਤ ਤਾਂ ਪਿੱਛੇ ਰਹਿ ਗਈ। ਇਹਦਾ ਭਾਵ ਉਹਨੇ ਇਹ ਦਿੱਤਾ ਵੀ ਅਸੀਂ ਮਿਹਨਤ ਕਰਾਂਗੇ ਤੇ ਰਹਿਮਤ ਤਾਂ ਮਿਲਣੀ ਚਾਹੀਦੀ ਹੈ, ਮਿਹਨਤ ਕਰੋਗੇ ਤੇ ਰਹਿਮਤ ਮਿਲਦੀ ਹੈ। ਉਹ ਇਹਦਾ ਇਹ ਮਤਲਬ ਹੋ ਗਿਆ ਕੁਇਡ ਪ੍ਰੋ ਕੋ ਹੈ ਕਿ ਬਈ ਮਿਹਨਤ ਕਰੋ ਤੇ ਰਹਿਮਤ ਮਿਲਣੀ ਹੈ। ਪਰ ਉਹ ਰਹਿਮਤ ਕੀ ਹੋਈ, ਇਹ ਤਾਂ ਫਿਰ ਬਿਜ਼ਨਸ ਹੋ ਗਿਆ ਨਾ ਕਿ ਬਈ ਅਸੀਂ ਇੱਕ ਪ੍ਰੋਡਕਟ ਬਣਾ ਕੇ ਬਾਜ਼ਾਰ ਵਿੱਚ ਲਿਆਂਦਾ ਹੈ, ਜਿਹਨੇ ਖਰੀਦਣਾ ਹੈ ਉਹ ਪੈਸੇ ਦੇਵੇਗਾ ਤੇ ਲੈ ਲਏਗਾ। ਪੈਸੇ ਦਿੱਤੇ ਨੇ ਤੇ ਹੁਣ ਚੀਜ਼ ਮਿਲਣੀ ਹੈ, ਤੇ ਜਿਹਨੇ ਚੀਜ਼ ਦਿੱਤੀ ਹੈ ਉਹਨੂੰ ਪੈਸੇ ਮਿਲਣੇ ਹੀ ਮਿਲਣੇ ਹਨ। ਇਹ ਤਾਂ ਬਿਜ਼ਨਸ ਵਪਾਰ ਹੋ ਗਿਆ। ਇਹਦੇ 'ਚ ਫਿਰ ਰਹਿਮਤ ਦੀ ਗੱਲ ਕਿੱਥੋਂ ਆਈ? ਰਹਿਮਤ ਹੁੰਦੀ ਹੈ ਅਨਕੰਡੀਸ਼ਨਲ, ਰਜ਼ਾ ਦੇ ਵਿੱਚ। तो रहमत पहला है तो मेहनत ਨੂੰ फल लगना मगरों है। प्रभु की रहमत ਹੁੰਦੀ है तो मैं मेहनत ਕਰਨ ਦੇ ਲਾਇਕ ਹੁੰਦਾ ਹਾਂ। मेरी समर्था की है कि मैं मेहनत कर सਕਾਂ। ਇਹ मेहनत ਕਰਨ ਦੀ ਮੇਰੀ ਸਮਰੱਥਾ ਬਣੀ ਤਾਂ ਹੈ ਕਿਉਂਕਿ ਪ੍ਰਭੂ ਦੀ ਰਹਿਮਤ ਹੋਈ। ਪ੍ਰਭੂ ਦੀ ਰਹਿਮਤ ਹੋਈ, ਉਹਨੇ ਮੈਨੂੰ ਮਿਹਨਤ ਕਰਨ ਦੀ ਜਾਂਚ ਵੀ ਸਿਖਾਈ, ਸਮਰੱਥਾ ਵੀ ਦਿੱਤੀ, ਜਾਂਚ ਵੀ ਸਿਖਾਈ ਤੇ ਸਹੀ ਗਾਈਡ ਵੀ ਦਿੱਤਾ ਕਿ ਸਹੀ ਡਾਇਰੈਕਸ਼ਨ ਵਿੱਚ ਮਿਹਨਤ ਕਰਨੀ ਹੈ। ਨਹੀਂ ਤਾਂ ਦੁਨੀਆ ਵਿੱਚ ਕਈ ਲੋਕੀ ਬੜੀ ਮਿਹਨਤ ਕਰਦੇ ਹਨ ਪਰ ਰਿਜ਼ਲਟ ਉਹਨਾਂ ਦਾ ਨੈਗੇਟਿਵ ਹੀ ਹੁੰਦਾ ਹੈ ਕਿਉਂਕਿ ਉਹਨਾਂ ਦੀ ਕੰਮ ਦੀ ਡਾਇਰੈਕਸ਼ਨ ਫੋਕਸ ਡਿਫਰੈਂਟ ਗਲਤ ਜਗ੍ਹਾ ਤੇ ਹੁੰਦਾ ਹੈ। ਜੋ ਟਾਰਗੇਟ ਪ੍ਰਾਪਤੀ ਵਾਸਤੇ ਜਿਸ ਡਾਇਰੈਕਸ਼ਨ 'ਚ ਮਿਹਨਤ ਕਰਨੀ ਹੁੰਦੀ ਹੈ ਉਹ ਕਿਸੇ ਹੋਰ ਪਾਸੇ ਹੀ ਤੁਰਦੇ ਹੁੰਦੇ ਹਨ। ਮੰਨ ਲਓ ਕੋਈ ਬੰਦਾ ਬਹੁਤ ਲੰਮਾ ਸਫ਼ਰ ਕਰਦਾ ਹੈ ਤੇ ਜਿਸ ਪਾਸੇ ਜਾਣਾ ਹੈ ਉਹਦੀ ਬਜਾਏ ਕਿਸੇ ਹੋਰ ਡਾਇਰੈਕਸ਼ਨ 'ਚ ਤੁਰਦਾ ਜਾਵੇ ਤੇ ਕਦੀ ਮੰਜ਼ਿਲ ਤੇ ਪਹੁੰਚੇਗਾ ਹੀ ਨਹੀਂ। तो मेहनत करन दी पहले तुरन दी समर्था होनी, सही डायरेक्शन ਵਿੱਚ ਤੁਰਨ ਦਾ ਉਦਮ ਮਨ ਵਿੱਚ ਆਣਾ ਤੇ ਤੁਰਨਾ ਔਰ ਸਹੀ ਡਾਇਰੈਕਸ਼ਨ ਤੁਰਨਾ, ਇਹ ਸਾਰੀਆਂ ਗੱਲਾਂ ਮੁਮਕਿਨ ਹੋਣਗੀਆਂ ਤਾਂ ਮੰਜ਼ਿਲ ਦੇ ਨੇੜੇ ਪਹੁੰਚੇਗਾ। ਤੇ ਹੁਣ ਪਹਿਲਾਂ ਸਮਰੱਥਾ ਮਿਲਣੀ ਇਹ ਪ੍ਰਭੂ ਦੀ ਬਖਸ਼ਿਸ਼ ਹੈ, ਸਹੀ ਡਾਇਰੈਕਸ਼ਨ ਦੀ ਸੋਝੀ ਹੋਣੀ ਇਹ ਪ੍ਰਭੂ ਦੀ ਬਖਸ਼ਿਸ਼ ਹੈ ਜੋ ਗੁਰੂ ਦੇ ਰਾਹੀਂ ਹੁੰਦੀ ਹੈ, ਤੇ ਮਨ ਦੇ ਵਿੱਚ ਉਦਮ ਆਣਾ ਇਹ ਵੀ ਪ੍ਰਭੂ ਦੀ ਬਖਸ਼ਿਸ਼ ਹੈ। ਨਹੀਂ ਤਾਂ ਬੰਦੇ ਗੁਰੂ ਦੇ ਨੇੜੇ ਰਹਿੰਦਿਆਂ ਹੋਇਆਂ ਵੀ ਉਦਮ ਨਹੀਂ ਕਰਦੇ।
ਸੋ ਇਸ ਲਈ ਇਹ ਪੰਕਤੀਆਂ, ਇਹ ਭਾਵ ਦੀ ਗੱਲ ਗੁਰਬਾਣੀ ਵਿੱਚ ਬਾਰੰਬਾਰ ਸਾਨੂੰ ਮਿਲਦੀ ਹੈ। ਨਾਨਕ ਸਤਿਗੁਰ ਤਿਨ ਕੋ ਮੇਲਿਆਨ ਜਿਨ ਧੁਰਮਸਤਕ ਭਾਗ ਲਿਖਾਏ। ਇਹ ਧੁਰਮਸਤਕ ਹੈ ਪ੍ਰਭੂ ਦੀ ਬਖਸ਼ਿਸ਼, ਜਿਹੜੇ ਪ੍ਰਭੂ ਬਖਸ਼ਿਸ਼ ਕਰਕੇ ਜਿਹਨੇ ਸਤਿਗੁਰ ਦੇ ਨਾਲ ਮਿਲਾਪ ਕਰਾਇਆ, ਸਤਿਗੁਰ ਨੇ ਸਹੀ ਮਾਰਗ ਦੀ ਸੋਝੀ ਦਿੱਤੀ, ਫਿਰ ਪ੍ਰਭੂ ਦੀ ਬਖਸ਼ਿਸ਼ ਕੰਮ ਆਈ ਕਿ ਉਸ ਸੋਝੀ ਨੂੰ ਵਰਤਨ ਦਾ ਉਦਮ ਸਾਡੇ ਅੰਦਰ ਆਇਆ ਤੇ ਇਹ ਸਮਰੱਥਾ ਵੀ ਸਾਡੇ ਵਿੱਚ ਆਈ ਕਿ ਅਸੀਂ ਉਸ ਸੋਝੀ ਦੇ ਲੈ ਕੇ ਸਹੀ ਮਾਰਗ ਤੇ ਇਹ ਮਿਹਨਤ ਕਰਨ ਜੋਗੇ ਹੋ ਸਕੀਏ। ਤੇ ਉਹਦੀ ਰਹਿਮਤ ਨੇ ਇਹ ਸਾਰੇ ਭਾਗ ਲਿਖਾਏ ਹੋਏ, ਇਹ ਸਾਰੀ ਰਹਿਮਤ ਨੇ ਇਹ ਸਭ ਕੁਝ ਮੁਮਕਿਨ ਕੀਤਾ ਤੇ ਮੰਜ਼ਿਲ ਦੀ ਪ੍ਰਾਪਤੀ ਹੋਈ। तो प्राइमरी कंडीशन मेहनत नहीं है, प्राइमरी कंडीशन रहमत ही है। रहमत ना होवे तो बंदा मेहनत करन जोगा ही नहीं है। तो इस करके जो मैनू गल समझ आती है कि मेहनत मेरी रहमत तेरी, कि ਉਹਦਾ ਭਾਵ ਇਹ ਹੈ ਕਿ ਮੇਰੀ ਮਿਹਨਤ ਹੁੰਦੀ ਹੀ ਤਾਂ ਹੈ ਜੇ ਤੇਰੀ ਰਹਿਮਤ ਹੋਵੇ ਤਾਂ, ਨਹੀਂ ਤਾਂ ਮੇਰੀ ਕੀ ਪਾਇਆ ਕਿ ਮੈਂ ਮਿਹਨਤ ਕਰ ਸਕਾਂ। ਸੋ ਨਾਨਕ ਸਤਿਗੁਰ ਤਿਨ ਕੋ ਮਿਲਿਆ ਜਿਨ ਧੁਰਮਸਤਕ ਭਾਗ ਲਿਖਾਏ, ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਰਹਿਮਤ ਹੁੰਦੀ ਹੈ, ਉਹਨਾਂ ਦੇ ਮੱਥੇ ਤੇ ਭਾਗ ਲਿਖੇ ਹੁੰਦੇ ਹਨ ਕਿ ਉਹਨਾਂ ਦਾ ਮਿਲਾਪ ਸਤਿਗੁਰ ਦੇ ਨਾਲ ਹੁੰਦਾ ਹੈ। ਸਤਿਗੁਰ ਉਹਨਾਂ ਨੂੰ ਫਿਰ ਸਹੀ ਜੀਵਨ ਜਾਚ ਦੇ ਕੇ ਪ੍ਰਭੂ ਦੀ ਸਿਫਤ ਸਲਾਹ ਨਾਲ ਜੋੜ ਕੇ ਪ੍ਰਭੂ ਨਾਲ ਉਹਨਾਂ ਦਾ ਮਿਲਾਪ ਕਰਵਾ ਦਿੰਦਾ ਹੈ। अगला श्लोक नंबर है जी 26। अंदर तिश्ना अग है, मनमुख भुख न जाए, मोह कुटुंब सब कूड़ है, कूड़ रेहा लपटाए, अन दिन चिंता चिंतवै, चिंता बद्धा जाए, जम्मन मरण ना चुकई, होमै कर्म कमाए, गुर शरनाई उबरै, नानक लए छड़ाए। पिछले श्लोक में लफज आया सी गुरमुख, इस श्लोक में लफज आया है मनमुख। गुरमुख दे मन दे विच अमृत बाणी वसदी है, मनमुख दे अंदर भुख है, अंदर तृष्णा अग है, ਉਹਦੇ अंदर तृष्णा ਦੀ ਅੱਗ ਬਲਦੀ ਹੈ। ਤੇ ਤ੍ਰਿਸ਼ਨਾ ਦੀ ਅੱਗ ਐਸੀ ਹੈ ਜਿਹਦੀ ਕਦੀ ਭੁੱਖ ਮਿਟਦੀ ਨਹੀਂ ਹੈ। ਅੱਗ ਦੇ ਅੰਦਰ ਜਿੰਨਾ ਮਰਜ਼ੀ ਬਾਲਣ ਪਾਈ ਜਾਓ ਕਦੀ ਵੀ ਰਜਦੀ ਨਹੀਂ ਹੈ, ਬਲਕਿ ਉਹ ਹੋਰ ਭੜਕਦੀ ਹੈ। तो ਇਹ ਤ੍ਰਿਸ਼ਨਾ ਵੀ ਇੱਕ ਐਸੀ ਹੀ ਅੱਗ ਹੈ ਜਿਹਦੀਆਂ ਜਿੰਨੀਆਂ ਡਿਮਾਂਡਸ ਪੂਰੀਆਂ ਕਰਦੇ ਜਾਓ ਉਹ ਡਿਮਾਂਡ ਹੋਰ ਤੋਂ ਹੋਰ ਵੱਧਦੀਆਂ ਜਾਂਦੀਆਂ ਹਨ। ਸੋ ਮਨਮੁਖ ਦੀ ਐਸੀ ਅਵਸਥਾ ਹੁੰਦੀ ਹੈ ਕਿ ਉਹਦੇ ਹਿਰਦੇ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਹੈ ਤੇ ਜਿੰਨੇ ਵੀ ਮਾਇਕ ਪਦਾਰਥ ਉਸ ਨੂੰ ਮਿਲਦੇ ਹਨ ਉਹਦੇ ਨਾਲ ਉਹਨੂੰ ਰਜੇਵਾਂ ਨਹੀਂ ਆਉਂਦਾ, ਬਲਕਿ ਉਹਦੀ ਭੁੱਖ ਵੱਧਦੀ ਜਾਂਦੀ ਹੈ। तो ये माया दा मोह, कुटुंब दा प्यार सब कूड़ है, मोह कुटुंब सब कूड़ है, कूड़ रेहा लपटाए। ये जिन्नियां भी ये तृष्णा दे अधीन इंसान दियां मंगां हुंदियां ने, जिन्हां चीज़ां दी भुख हुंदी है, वो हुंदे सब ये मायक पदार्थ ही हन। ये जगत दे मोह पाण वाले पदार्थ हुंदे हन, माया दा मोह ही हुंदा है। पर गुरु साहब कहते हैं कि सब कुछ कूड़ है। कूड़ तो की भाव है कि इन्हां दी एग्जिस्टेंस नहीं है, नहीं ये मतलब नहीं है। ਇਹਦਾ मतलब है कि ਇਹਨਾਂ ਦੀ ਐਗਜ਼ਿਸਟੈਂਸ ਬਿਲਕੁਲ ਟੈਂਪਰੇਰੀ ਹੈ, ਇਹਨਾਂ ਦਾ ਬੈਨੀਫਿਟ ਟੈਂਪਰੇਰੀ ਹੈ, ਇਹ ਨਾਸ਼ਵਾਨ ਨਹੀਂ। ਦੁਨੀਆ ਦੀ ਕੋਈ ਚੀਜ਼ ਵੀ ਸਦੀਵੀ ਸਾਥ ਦੇਣ ਵਾਲੀ ਨਹੀਂ ਹੈ। ਜਿਵੇਂ ਪਿਛਲੇ ਹਫਤੇ ਦੀ ਉਹ ਚਾਰ ਵੋਟੀਆਂ ਵਾਲੀ ਕਹਾਣੀ ਦੇ ਅੰਦਰ ਵੀ ਅਸੀਂ ਗੱਲ ਨੂੰ ਸਮਝਿਆ ਸੀ ਕਿ ਕੋਈ ਚੀਜ਼ ਵੀ ਸਾਥ ਨਹੀਂ ਦਿੰਦੀ, ਨਾ ਸਰੀਰ, ਨਾ ਧਨ ਦੌਲਤ, ਨਾ ਸੱਜਣ ਮਿੱਤਰ, ਨਾ ਪਰਿਵਾਰ ਦੇ ਮੈਂਬਰ। ਇਹ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਸਾਥ ਨਹੀਂ ਦਿੰਦੀਆਂ ਤੇ ਸਾਰੇ ਇਨਸਾਨਾਂ ਦਾ ਮੋਹ ਇਹਨਾਂ ਚੀਜ਼ਾਂ ਦੇ ਨਾਲ ਹੀ ਹੁੰਦਾ ਹੈ। ਆਪਣੇ ਜੀਵਨ ਨੂੰ ਕਾਇਮ ਰੱਖਣ ਦਾ ਵਾਸਤੇ ਬੰਦਾ ਆਹਰ ਕਰਦਾ ਹੈ, ਸਰੀਰ ਨੂੰ ਕਾਇਮ ਰੱਖਣਾ ਚਾਹੁੰਦਾ ਹੈ, ਧਨ ਦੌਲਤ ਹਾਸਲ ਕਰਨਾ ਚਾਹੁੰਦਾ ਹੈ ਤਾਂ ਕਿ ਜੀਵਨ ਸੁਖਾਲਾ ਬਤੀਤ ਹੋਵੇ। ਪਰਿਵਾਰ ਔਰ ਸੱਜਣਾ ਮਿੱਤਰਾਂ ਦੇ ਨਾਲ ਮੋਹ ਪਿਆ ਹੁੰਦਾ ਹੈ ਕਿ ਉਹਨਾਂ ਦੇ ਸਹਾਰੇ ਜੀਵਨ ਸੁਖਾਲਾ, ਜੀਵਨ ਰਸਮਈ ਹੋ ਜਾਵੇ, ਆਨੰਦਮਈ ਦਾ ਹੋ ਜਾਵੇ। ਉਹਨੂੰ ਲੱਗਦਾ ਹੈ ਕਿ ਇਹਨਾਂ ਨਾਲ ਮਿਲ ਜੁਲ ਕੇ ਮੇਰਾ ਜੀਵਨ ਸੁੱਖਾਂ ਭਰਪੂਰ ਹੋਏਗਾ। ਇਹਨਾਂ ਸਭ ਚੀਜ਼ਾਂ ਦੇ ਨਾਲ ਉਸਦਾ ਮੋਹ ਬਣ ਜਾਂਦਾ ਹੈ, ਅਟੈਚਮੈਂਟ ਹੋ ਜਾਂਦੀ ਹੈ। ਪਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੋਹ ਕੁਟੁੰਬ ਸਭ ਕੂੜ ਹੈ, ਕੂੜ ਰਿਹਾ ਲਪਟਾਏ। ਇਹ ਸਭ ਕੁਝ ਨਾਸ਼ਵਾਨ ਹੈ, ਟੈਂਪਰੇਰੀ ਹੈ। ਤੋ ਇਹਨਾਂ ਸਭ ਚੀਜ਼ਾਂ ਦੇ ਨਾਲ ਕੀਤਾ ਹੋਇਆ ਮੋਹ ਅੰਤ ਨੂੰ ਦੁੱਖ ਦਾ ਕਾਰਨ ਬਣਦਾ ਹੈ, ਕਿਉਂਕਿ ਜਿਹੜੀ ਚੀਜ਼ ਨਾਸ਼ਵਾਨ ਹੈ
ਉਹਨੇ ਵਿਛੜਨਾ ਹੀ ਹੈ, ਉਹਨੇ ਖਤਮ ਹੋਣਾ ਹੀ ਹੋਣਾ ਹੈ। ਇਸੇ ਕਰਕੇ ਜਗਤ ਦੇ ਵਿੱਚ ਦੁੱਖ ਆਉਂਦੇ ਹਨ, ਇਨਸਾਨ ਦੁਖੀ ਹੁੰਦੇ ਹਨ, ਕਿਉਂਕਿ ਜਿਨ੍ਹਾਂ ਚੀਜ਼ਾਂ ਦੇ ਨਾਲ ਮੋਹ ਪੈਂਦਾ ਹੈ ਉਹਨਾਂ ਦੇ ਵਿੱਚੋਂ ਕੁਝ ਨਾ ਕੁਝ ਵਿਛੜਦਾ ਹੀ ਰਹਿੰਦਾ ਹੈ, ਖੋਇਆ ਹੀ ਜਾਂਦਾ ਹੈ। ਤੇ ਜਿਹੜੀ ਚੀਜ਼ ਫਿਰ ਬੰਦੇ ਕੋਲ ਗਵਾਚਦੀ ਹੈ, ਖੋਈ ਜਾਂਦੀ ਹੈ, ਉਹਨੂੰ ਦੁੱਖ ਲੱਗਦਾ ਹੈ। ਪਰ ਇਹਦੇ ਬਾਵਜੂਦ ਵੀ ਹਰ ਇਨਸਾਨ ਕੂੜ ਰਿਹਾ ਲਪਟਾਏ, ਉਹ ਇਹਨਾਂ ਨਾਸ਼ਵੰਤ ਚੀਜ਼ਾਂ ਦੇ ਨਾਲ ਹੀ ਲਿਪਟਿਆ ਰਹਿੰਦਾ ਹੈ, ਫਸਿਆ ਰਹਿੰਦਾ ਹੈ। ਅਨ ਦਿਨ ਚਿੰਤਾ ਚਿੰਤਵੈ, ਚਿੰਤਾ ਬੱਧਾ ਜਾਏ। ਔਰ ਇਹੀ ਕਾਰਨ ਹੈ ਉਹਦਾ ਚਿੰਤਾ ਦੇ ਵਿੱਚ ਗ੍ਰਸੇ ਰਹਿਣ ਦਾ। ਹਰ ਵੇਲੇ ਉਹ ਹੀ ਸੋਚਦਾ ਰਹਿੰਦਾ ਹੈ ਕਿ ਜੋ ਮੇਰੇ ਕੋਲ ਨਹੀਂ ਹੈ ਉਹ ਮੈਨੂੰ ਮਿਲ ਜਾਏ, ਜੋ ਮੇਰੇ ਕੋਲ ਹੈ ਉਹ ਕਿਧਰੇ ਖੁੱਸ ਨਾ ਜਾਏ। ਇਨਸਾਨ ਦੀ ਚਿੰਤਾ ਦਾ ਮੂਲ ਕਾਰਨ ਹੀ ਇਹ ਦੋ ਚੀਜ਼ਾਂ ਨੇ ਕਿ ਜੋ ਉਹਨੂੰ ਮਿਲਣਾ, ਜੋ ਉਹਦੇ ਕੋਲ ਹੈ ਨਹੀਂ ਹੈ ਉਹਨੂੰ ਉਹ ਪ੍ਰਾਪਤ ਕਰਨਾ ਚਾਹੁੰਦਾ ਹੈ, ਜੋ ਉਹਦੇ ਕੋਲ ਹੈ ਉਹਨੂੰ ਉਹ ਛੱਡਣਾ ਨਹੀਂ ਚਾਹੁੰਦਾ, ਕਿ ਉਹਨੂੰ ਇਹ ਫਿਕਰ ਰਹਿੰਦਾ ਕਿ ਇਹ ਖੋਇਆ ਨਾ ਜਾਏ, ਇਹ ਕੋਈ ਖੋ ਕੇ ਨਾ ਲੈ ਜਾਏ, ਜਾਂ ਕਿਧਰੇ ਨਾਸ਼ ਨਾ ਹੋ ਜਾਏ, ਮੇਰੇ ਸੰਬੰਧੀਆਂ ਨਾਲ ਚੋਂ ਕੋਈ ਮਰ ਮੁਰ ਨਾ ਜਾਏ। ਉਹ ਸਭ ਚੀਜ਼ਾਂ ਦਾ ਉਹਨੂੰ ਚਿੰਤਾ ਸਤਾਉਂਦੀ ਹੈ। ਜਿਨ੍ਹਾਂ ਕੋਲ ਨਹੀਂ ਕੁਝ ਹੁੰਦਾ ਉਹਨਾਂ ਨੂੰ ਉਹ ਪ੍ਰਾਪਤ ਕਰਨ ਦੀ ਤ੍ਰਿਸ਼ਨਾ, ਪ੍ਰਾਪਤ ਕਰਨ ਦੀ ਚਿੰਤਾ ਦੁਖੀ ਕਰਦੀ ਰਹਿੰਦੀ ਹੈ। तो अन दिन चिंता चिंतवै, चिंता बद्धा चाहे। तो मन ਦੇ ਮਗਰ ਤੁਰਨ ਵਾਲਾ ਇਨਸਾਨ, ਜਿਹੜਾ ਮਨ ਦੇ ਫੁਰਨਿਆਂ ਦੇ ਮਗਰ ਹੀ ਤੁਰਦਾ ਹੈ, ਉਹਦਾ ਮੋਹ ਇਹਨਾਂ ਮਾਇਕ ਪਦਾਰਥਾਂ ਦੇ ਨਾਲ ਬਣਿਆ ਰਹਿੰਦਾ ਹੈ, ਉਹ ਇਹਨਾਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ। ਔਰ ਇਹਦਾ ਇਸੇ ਵਜ੍ਹਾ ਕਰਕੇ ਹੀ ਦਿਨ ਰਾਤ ਉਹ ਚਿੰਤਾ ਦੇ ਵਿੱਚ ਹੀ ਰਹਿੰਦਾ ਹੈ, ਤੇ ਚਿੰਤਾ ਦੇ ਵਿੱਚ ਬੱਝਾ ਹੋਇਆ ਹੀ ਸਾਰੇ ਕੰਮ ਕਰਦਾ ਹੈ। ਔਰ ਇਹਦਾ ਨਤੀਜਾ ਕੀ ਨਿਕਲਦਾ ਹੈ ਕਿ ਜੰਮਨ ਮਰਨ ਨਾ ਚੁੱਕਈ, ਹਉਮੈ ਕਰਮ ਕਮਾਏ। ਤੇ ਫਿਰ ਉਹ ਸਾਰੇ ਕੰਮ ਆਪਣੇ ਇਸ ਹਉਮੈ ਦੇ ਅਧੀਨ ਕਰਦਾ ਹੈ। ਉਹਨੂੰ ਇਹ ਭਰੋਸਾ ਹੁੰਦਾ ਹੈ ਜਾਂ ਇਹ ਉਹਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਕਿ ਮੈਂ ਆਪਣੀਆਂ ਲੋੜਾਂ ਪੂਰੀਆਂ ਕਰ ਲਵਾਂਗਾ, ਜੋ ਮੈਂ ਹਾਸਲ ਕਰਨਾ ਚਾਹੁੰਦਾ ਉਹ ਮੈਂ ਹਾਸਲ ਕਰ ਲਵਾਂਗਾ। ਉਹਦੇ ਵਾਸਤੇ ਉਹ ਜਾਇਜ਼ ਨਜਾਇਜ਼ ਸਭ ਤਰ੍ਹਾਂ ਦੇ ਕੰਮ ਕਰਦਾ ਰਹਿੰਦਾ ਹੈ। ਉਹਨੂੰ ਆਪਣੇ ਆਪ ਦੇ ਉੱਤੇ ਯਕੀਨ ਹੁੰਦਾ ਹੈ ਕਿ ਮੈਂ ਜੋ ਚਾਹੁੰਦਾ ਹਾਂ ਉਹ ਮੈਨੂੰ ਮਿਲੇਗਾ ਹੀ। तो ये हमें दे अधीन कीते हुए कर्म करके ही वो ऐसे कर्म करता है जिन्हां दे रिजल्ट वजों फिर वो जन्म मरण दे गेड़ दे विच पिया रहिंदा है, जमदा है, मरदा है, फिर मुड़ के जमदा है, फिर मरदा है। ना चुकई तो भाव है कि नहीं मुकदा, खत्म नहीं हुंदा। ये जम्मन मरण दा गेड़ उहदा खत्म नहीं हुंदा, क्योंकि वो कर्म हमें दे अधीन करदा है और वो उसनूं मुड़ मुड़ के जन्म मरण दे गेड़ विच पाई रखदी है। तो इस गेड़ तो छुटकारा तां मिलदा है गुर शरनाई उबरै नानक लए छडाए। ਉਹ ਇਸ ਜਨਮ ਮਰਨ ਦੇ ਗੇੜ ਵਿੱਚ ਫਸਣ ਤੋਂ ਬਚ ਸਕਦਾ ਹੈ ਗੁਰੂ ਦੀ ਸ਼ਰਨ ਵਿੱਚ ਪੈ ਕੇ। ਕਿਵੇਂ? ਜਿਹੜਾ ਗੁਰੂ ਦੀ ਸ਼ਰਨ ਵਿੱਚ ਪਏਗਾ ਤੇ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਮਨ ਨੂੰ ਮਨਾ ਲਏਗਾ, ਜਿਹਦਾ ਮਨ ਮੰਨ ਜਾਏਗਾ ਤੇ ਫਿਰ ਉਹ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਦੱਸੀ ਹੋਈ ਜਾਚ ਅਨੁਸਾਰ ਜੀਵਨ ਜੀਵੇਗਾ, ਤਾਂ ਉਹਦੇ ਕਰਮ ਹਉਮੈ ਦੇ ਅਧੀਨ ਨਹੀਂ ਹੋਣਗੇ। ਉਹ ਫਿਰ ਮਨਮੁਖ ਨਹੀਂ ਰਹਿ ਜਾਏਗਾ, ਉਹ ਫਿਰ ਗੁਰਮੁਖ ਹੋ ਜਾਏਗਾ, ਗੁਰੂ ਦੇ ਸਨਮੁਖ ਹੋ ਜਾਏਗਾ, ਗੁਰੂ ਦੀ ਸ਼ਰਨ ਵਿੱਚ ਪੈਣ ਵਾਲਾ ਗੁਰੂ ਦੇ ਦੱਸੇ ਹੋਏ ਜੀਵਨ ਮਾਰਗ ਨੂੰ ਹੀ ਅਪਣਾਏਗਾ ਤੇ ਉਹ ਮਾਇਆ ਦੇ ਮੋਹ ਦੇ ਵਿੱਚੋਂ ਉੱਚਾ ਉੱਠ ਜਾਏਗਾ। ਉਬਰੇ ਤੋਂ ਭਾਵ ਹੈ ਉੱਚਾ ਉੱਠ ਜਾਣਾ, ਬਚ ਕੇ ਨਿਕਲ ਜਾਣਾ। तो ये माया ਦੇ ਮੋਹ ਦੇ ਜਾਲ ਦੇ ਵਿੱਚੋਂ ਐਸਾ ਇਨਸਾਨ ਬਚ ਸਕਦਾ ਹੈ ਜੇ ਉਹ ਗੁਰੂ ਦੀ ਸ਼ਰਨ ਲੈ ਲਵੇ, ਤੇ ਗੁਰੂ ਫਿਰ ਉਸਨੂੰ ਇਸ ਮੋਹ ਜਾਲ ਤੋਂ ਬਚਾ ਲੈਂਦਾ ਹੈ, ਛੁਡਾ ਲੈਂਦਾ ਹੈ। ਇਹ ਉਵੇਂ ਹੀ ਹੈ ਜਿਵੇਂ ਚਿੱਕੜ ਦੀ ਜਿਲਨ ਦੇ ਵਿੱਚ ਇਨਸਾਨ ਫਸ ਜਾਏ। ਮੋਹ ਨੂੰ ਵੀ ਇਸੇ ਕਰਕੇ ਗੁਰਬਾਣੀ ਵਿੱਚ ਚਿੱਕੜ ਦੇ ਨਾਲ ਤੁਲਨਾ ਦਿੱਤੀ ਜਾਂਦੀ ਹੈ। ਮੋਹ ਚਿੱਕੜ ਫਾਤੇ ਨਿਗਰਤ ਹਮ ਜਾਤੇ, ਗੁਰਬਾਹ ਪਕੜ ਪਕੜਾਏ। ਮੈਨੂੰ ਪੰਕਤੀ ਭੁੱਲ ਗਈ ਹੈ, ਪਰ ਮਤਲਬ ਭਾਵ ਉਹਦਾ ਇਹ ਹੈ ਕਿ ਜਿਵੇਂ ਮੋਹ ਦੇ ਚਿੱਕੜ ਜਦੋਂ ਇਨਸਾਨ ਫਸ ਜਾਂਦਾ ਹੈ ਤਾਂ ਗੁਰੂ ਨੂੰ ਆਪਣੀ ਬਾਹ ਪਕੜਾ ਦੇਵੇ ਤੇ ਤਾਂ ਹੀ ਉੱਥੋਂ ਚਿੱਕੜ ਵਿੱਚੋਂ ਨਿਕਲ ਸਕਦਾ ਹੈ। ਆਪਣੇ ਉਦਮ ਦੇ ਨਾਲ ਉਹ ਬਾਹਰ ਨਹੀਂ ਨਿਕਲ ਸਕਦਾ। ਤਾਂ ਇਵੇਂ ਹੀ ਇਹ ਜੰਮਣ ਮਰਨ ਦੇ ਗੇੜ ਦੇ ਵਿੱਚੋਂ ਜੋ ਹਉਮੈ ਦੇ ਕਰਮ ਕਰ ਕਰਕੇ ਫਸਦਾ ਰਹਿੰਦਾ ਹੈ, ਉਹ ਇਨਸਾਨ ਆਪਣੇ ਆਪ ਤਾਂ ਨਹੀਂ ਬਚ ਸਕਦਾ, ਪਰ ਜੇ ਗੁਰੂ ਦੀ ਸ਼ਰਨ ਵਿੱਚ ਪੈ ਜਾਵੇ ਤਾਂ ਗੁਰੂ ਉਸ ਨੂੰ ਇਸ ਮਾਇਆ ਦੇ ਮੋਹ ਦੇ ਜਾਲ ਦੇ ਵਿੱਚੋਂ ਬਚਾ ਲੈਂਦਾ ਹੈ ਤੇ ਉਹਦਾ ਛੁਟਕਾਰਾ ਹੋ ਜਾਂਦਾ ਹੈ। ਫਿਰ ਜਨਮ ਮਰਨ ਦਾ ਗੇੜ ਉਹਦਾ ਕੱਟਿਆ ਜਾਂਦਾ ਹੈ। ਉਹ ਅੱਜ ਦੇ ਵਿਚਾਰ ਨੂੰ ਇੱਥੇ ਹੀ ਸੰਕੋਚਦੇ ਹੋਏ ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।